हाँ जी, वाहिगुरू जी का खालसा, वाहिगुरू जी की फतेह। ਤੁਸੀਂ ਦੇਖ ਰਹੇ ਹੈ ਮਗ ਦੇ ਬੋਲ YouTube ਚੈਨਲ ਅਤੇ ਮਗ ਦੇ ਬੋਲ Facebook ਤੋਂ ਪੇਜ ਤੋਂ ਲੈ ਪ੍ਰੋਗਰਾਮ ਵਿਚਾਰ ਵਟਾਂਦਰਾ। ਮੈਂ ਰਾਜਵੀਰ ਸਿੰਘ ਦੋਹਾ ਕਤਰ। ਅੱਜ ਤਰੀਕ ਹੈਗੀ ਹੈ ਜੀ 10/9/2021 ਦਿਨ ਸ਼ੁੱਕਰਵਾਰ ਤੇ ਸਾਡੇ ਇੱਥੇ ਸ਼ਾਮ ਦੇ 6:15 ਹੋ ਗਏ ਜੀ। ਪ੍ਰੋਗਰਾਮ ਟੈਕਨੀਕਲ ਪ੍ਰੋਬਲਮ ਕਰਕੇ ਥੋੜਾ ਜਿਹਾ ਲੇਟ ਹੋ ਗਿਆ, ਉਹਦੇ ਵਾਸਤੇ ਅਸੀਂ ਸਰੋਤਿਆਂ ਕੋਲੋਂ ਪਹਿਲਾਂ ਹੀ ਖਿਮਾ ਮੰਗ ਲੈਂਦੇ ਹਾਂ ਜੀ। ਤੇ ਅਸੀਂ ਜ਼ਿਆਦਾ ਸਮਾਂ ਅੱਜ ਸਰੋਤਿਆਂ ਦਾ ਨਹੀਂ ਲੈਣਾ। ਅਸੀਂ ਆਪਣੇ ਵਿਸ਼ੇ ਨਾਲ ਸੰਬੰਧਿਤ ਵਿਚਾਰਾਂ ਵਾਲੇ ਪਾਸੇ ਹੀ ਆਵਾਂਗੇ। ਤੇ ਵਿਸ਼ਾ ਪੋਸਟਰ ਤੋਂ ਸਰੋਤਿਆਂ ਨੇ ਪੜ੍ਹਿਆ ਹੋਏਗਾ ਕਿ ਕੀ ਗੁਰਮਤ ਤੀਰਥਾਂ ਨੂੰ ਮੰਨਦੀ ਹੈ। ਤੇ ਪਹਿਲਾਂ ਸਾਡੇ ਜਿਹੜੀ ਚੈਨਲ ਦੀ ਸਟੇਟਮੈਂਟ ਮਿਸ਼ਨ ਨੂੰ ਅਸੀਂ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਹੋਏ 71 ਮਿਲੋ ਮੇਰੇ ਭਾਈ, ਦੁਬਿਧਾ ਦੂਰ ਕਰੋ, ਲਿਵ ਲਾਏ ਦੇ ਸੰਧਾਤ ਨੂੰ ਮੁੱਖ ਰੱਖ ਕੇ ਅਸੀਂ ਸਾਰੇ ਜਿਹੜੇ ਇਸ ਚੈਨਲ ਤੋਂ ਪ੍ਰੋਗਰਾਮ ਲੈ ਕੇ ਆਉਂਦੇ ਹਾਂ। ਸਾਡਾ ਕਿਸੇ ਨਾਲ ਵੀ ਨਿੱਜੀ ਵੈਰ ਜਾਂ ਵਿਰੋਧ ਨਹੀਂ, ਹਾਂ ਵਿਚਾਰਾਂ ਦਾ ਵਖਰੇਵਾਂ ਵਾ, ਪਰ ਮਿਲ ਬੈਠ ਕੇ ਹੀ ਉਹਨਾਂ ਵਿਚਾਰਾਂ ਨਾਲ ਹੱਲ ਹੋਇਆ ਕਰਦੇ ਮਸਲੇ। ਅਸੀਂ ਹਮੇਸ਼ਾ ਇਸ ਮੰਚ ਤੋਂ ਸੱਦਾ ਜਿਹੜਾ ਦਿੰਦੇ ਹਾਂ ਕਿ ਜਾਂ ਸਾਂਝੇ ਕਿਸੇ ਪਲੇਟਫਾਰਮ ਤੇ ਜਾਂ ਸਾਡੇ ਜਾਂ ਕਿਸੇ ਵੀ ਆਪਣੇ ਮੰਚ ਤੇ ਸਾਨੂੰ ਸੱਦਾ ਦੇਵੇ ਕੋਈ ਵੀ ਵਿਰੋਧੀ ਸਾਡਾ, ਜਿਨ੍ਹਾਂ ਨਾਲ ਸਾਡੇ ਵਿਚਾਰਾਂ ਦੇ ਵਖਰੇਵੇਂ ਆ ਤੇ ਉਹਨਾਂ ਦਾ ਮਿਲ ਬੈਠ ਕੇ ਹੱਲ ਜਿਹੜਾ ਕੀਤਾ ਜਾ ਸਕਦਾ। ਇਹਦੇ ਨਾਲ ਹੀ ਅਸੀਂ ਸਰੋਤਿਆਂ ਨੂੰ ਤੇ ਵੀਰ ਸਾਡੇ ਅੱਜ ਮਹਿਮਾਨ ਸਾਡੇ ਸਟੂਡੀਓ ਦੇ ਵਿੱਚ ਵੀਰ ਗੁਰਪ੍ਰੀਤ ਸਿੰਘ ਪਿੰਡ ਜ਼ੌਲ ਆਏ ਹਨ। ਸਵਾਲ ਅਸੀਂ ਕਰਨੇ ਆ, ਜਵਾਬ ਗੁਰਮਤ ਅਨੁਸਾਰ ਵੀਰ ਨੇ ਦੇਣੇ ਆ ਤੇ ਆਸ ਹੈ ਕਿ ਅਸੀਂ ਗੁਰਮਤ ਅਕੋਰਡਿੰਗ ਹੀ ਪ੍ਰੋਗਰਾਮ ਜਿਹੜਾ ਉਹ ਸਫਲ ਬਣਾਵਾਂਗੇ ਰਲ ਮਿਲ ਕੇ ਸਰੋਤਿਆਂ ਦੇ ਨਾਲ। ਤੇ ਆਓ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਸਰੋਤਿਆਂ ਨਾਲ ਤੇ ਵੀਰ ਗੁਰਪ੍ਰੀਤ ਸਿੰਘ ਜੀ ਨਾਲ ਫਤਿਹ ਦੀ ਸਾਂਝ ਪਾਈਏ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਗ ਦੇ ਬੋਲ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਤੇ ਵੀਰ ਰਾਜਵੀਰ ਸਿੰਘ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵੀਰ ਜੀ, ਹੋਰ ਸੁਣਾਓ, ਸਿਹਤਾਂ ਪਰਿਵਾਰ ਠੀਕ ਠਾਕ ਜੀ? ਬਿਲਕੁਲ ਚੜ੍ਹਦੀ ਕਲਾ ਜੀ। ਹਾਂਜੀ, ਆਪਾਂ ਵਿਸ਼ੇ ਨਾਲ ਸੰਬੰਧਿਤ ਸਵਾਲ ਆਪਾਂ ਹਮੇਸ਼ਾ ਕਰ ਦਿੰਦੇ ਤੇ ਪਹਿਲਾਂ ਆਪਾਂ ਹਰ ਮਹਿਮਾਨ ਨੂੰ ਤਕਰੀਬਨ ਉਹਦੇ ਨਿੱਜੀ ਜੀਵਨ ਦੇ ਨਾਲ ਇੱਕ ਦੋ ਸਵਾਲ ਛੋਟੇ ਛੋਟੇ ਜਿਹੜੇ ਕਰੀਦੇ ਆ ਤੇ ਆਸ ਹੈ ਕਿ ਤੁਸੀਂ ਇੱਕ ਅੱਧੇ ਮਿੰਟ ਦੇ ਵਿੱਚ ਉਹਨਾਂ ਦਾ ਜਵਾਬ ਦੇ ਕੇ ਤੇ ਆਪਾਂ ਆਪਣੇ ਵਿਸ਼ੇ ਤੇ ਆਵਾਂਗੇ। ਪਹਿਲਾ ਸਵਾਲ ਸਾਡਾ ਇਹ ਹੁੰਦਾ ਕਿ ਤੁਸੀਂ ਦੁਨਿਆਵੀ ਵਿੱਦਿਆ ਕਿੱਥੋਂ ਅਤੇ ਕਿੱਥੋਂ ਤੱਕ ਕੀਤੀ? ਹਾਂਜੀ। ਵੈਸੇ ਤੇ ਜਦੋਂ ਕੋਰਸ ਕੀਤਾ ਸੀ ਗੁਰਮਤ ਦਾ, ਉਦੋਂ +2 ਤੱਕ ਜਿਹੜੀ ਪੜ੍ਹਾਈ ਕੀਤੀ ਸੀ ਦੁਨਿਆਵੀ, ਤੇ ਉਸ ਤੋਂ ਬਾਅਦ ਗੁਰੂ ਨਾਨਕ ਗੁਰਮਤ ਵਿਦਿਆਲਾ ਡੇਰਾ ਬਾਬਾ ਨਾਨਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਗੁਰਮਤ ਕਾਲਜ ਹੈ, ਉੱਥੋਂ ਗੁਰਮਤ ਦੀ ਪੜ੍ਹਾਈ ਜਿਹੜੀ ਕੀਤੀ। ਉਸ ਤੋਂ ਉਪਰੰਤ ਲਗਾਤਾਰ ਇਸ ਫੀਲਡ ਵਿੱਚ, ਪ੍ਰਚਾਰ ਦੀ ਫੀਲਡ ਵਿੱਚ ਵਿਚਰਦਿਆਂ ਤਕਰੀਬਨ 6 ਸਾਲ ਹੋ ਚੁੱਕੇ ਆ। ਤੇ ਨਾਲ ਦੀ ਨਾਲ ਜਿਹੜੀ ਆ ਦੁਨਿਆਵੀ ਪੜ੍ਹਾਈ ਨੂੰ ਹੋਰ ਵਧਾਉਣ ਵਾਸਤੇ, ਜਿਵੇਂ ਕਿ BA ਦਾ ਇਹ ਆਖਰੀ ਸਾਲ ਹੈ ਤੇ ਬਾਕੀ ਗੁਰੂ ਕਿਰਪਾ ਕਰੇ ਜੀ, ਆਉਣ ਵਾਲੇ ਸਮੇਂ 'ਚ ਹੋਰ ਵੀ ਪੜ੍ਹਨ ਦਾ ਯਤਨ ਕਰਾਂਗੇ, ਅੱਗੇ ਵਧਣ ਦਾ ਯਤਨ ਕਰਾਂਗੇ। ਬਹੁਤ ਜੀ, ਬਹੁਤ ਵਧੀਆ। ਅੱਛਾ ਜੀ, ਇੱਕ ਹੋਰ ਪ੍ਰਚਾਰਕਾਂ ਤੇ ਨਾ ਸਵਾਲ ਉੱਠਦਾ ਹਮੇਸ਼ਾ ਹੀ, ਕੁਝ ਸਾਡੇ ਜਿਹੜੇ ਅਗਾਂਹ ਵਧੂ ਵੀਰ ਆ ਭੈਣ, ਉਹ ਇੱਕ ਸਵਾਲ ਉਠਾਉਂਦੇ ਆ ਕਿ ਪ੍ਰਚਾਰਕਾਂ ਨੇ ਪ੍ਰਚਾਰ ਨੂੰ ਜਿਹੜਾ ਵਾ ਉਹ ਧੰਦਾ ਬਣਾਇਆ ਹੋਇਆ। ਅਸੀਂ ਸਵਾਲ ਪੁੱਛਦੇ ਹਾਂ ਕਿ ਕੀ ਵਾਕਈ ਪ੍ਰਚਾਰਕਾਂ ਨੇ ਧੰਦਾ ਬਣਾਇਆ ਕਿ ਜਾਂ ਤੁਹਾਡੀ ਅਸੀਂ ਗੱਲ ਕਰੀਏ, ਤੁਹਾਡਾ ਇਹ ਗੁਰਮਤ ਵਾਲੇ ਪਾਸੇ ਆਉਣਾ ਇਹ ਸ਼ੌਂਕ ਵਾ ਸਿੱਖੀ ਦਾ ਪ੍ਰਚਾਰ ਕਰਨਾ, ਕਿ ਜਾਂ ਵਾਕਈ ਤੁਸੀਂ ਵੀ ਧੰਦਾ ਬਣਾ ਕੇ ਚੱਲ ਰਹੇ? ਹਾਂਜੀ। ਦੇਖੋ, ਬਚਪਨ ਤੋਂ ਸਿੱਖੀ ਦੇ ਪ੍ਰਚਾਰ ਵਿੱਚ ਮੁੱਖ ਇੱਕ ਸ਼ੌਂਕ ਜਿਹੜਾ ਗੁਰੂ ਘਰ ਦੇ ਵਿੱਚੋਂ ਹੀ ਪਿਆ ਸੀ, ਤੇ ਇਸ ਲਾਈਨ ਨੂੰ ਚੁਣਨ ਦਾ ਮੁੱਖ ਮਕਸਦ ਵੀ ਇਹੀ ਸੀ। ਪਰ ਘਰ ਦੇ ਹਾਲਾਤਾਂ ਨੂੰ ਵੀ ਜਿਹੜਾ ਜਾਇਜ਼ ਵੇਖ ਕੇ ਜਿਹੜਾ ਵਿਚਰਨਾ ਪੈਂਦਾ, ਚੱਲਣਾ ਪੈਂਦਾ ਹੈ ਮਨੁੱਖੀ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ, ਤੇ ਉਹਨਾਂ ਚੀਜ਼ਾਂ ਦਾ ਵੀ ਜਿਹੜਾ ਵਾ ਦੇਖਣਾ ਪੈਂਦਾ ਹੈ। ਤੇ ਜਿਸ ਵਕਤ ਮੈਂ ਇਸ ਲਾਈਨ ਵਾਲੇ ਪਾਸੇ ਆਇਆ, ਉਹਦਾ ਇੱਕ ਕਾਰਨ ਸੀ ਕਿ ਨਿੱਕੇ ਹੁੰਦੇ ਤੋਂ ਹੀ ਗੁਰਦੁਆਰੇ ਦੇ ਨਾਲ ਲਗਾ ਤੇ ਗੁਰੂ ਘਰ ਦੀ ਸੇਵਾ ਦੇ ਵਿੱਚ ਜਿਹੜਾ ਵਾ ਜੁੜੇ ਰਹਿਣ ਦਾ ਇੱਕ ਸ਼ਰਧਾ ਜਿਹੜੀ ਅੰਦਰ ਰਹੀ, ਉਸੇ ਸ਼ਰਧਾ ਨੇ ਇਸ ਪਾਸੇ, ਇਸ ਲਾਈਨ ਵਾਲੇ ਪਾਸੇ ਤੋਰਿਆ। ਤੇ ਗੁਰੂ ਦੇ ਪ੍ਰਤੀ ਜਿਹੜਾ ਉਸ ਵਕਤ ਝੁਕਾਅ ਸੀ, ਪ੍ਰੇਮ ਸੀ, ਉਸ ਪ੍ਰੇਮ ਨੇ ਇਸ ਪਾਸੇ ਜਿਹੜਾ ਖਿੱਚਿਆ। ਤੇ ਬਾਕੀ ਧੰਦੇ ਦੀ ਜਦੋਂ ਅਸੀਂ ਗੱਲ ਕਰਦੇ, ਜੇ ਮੈਂ 1 ਮਿੰਟ ਤੁਹਾਨੂੰ ਇਹ ਦੱਸ ਦਿਆਂ ਕਿ ਧੰਦਾ ਅਸਲ 'ਚ ਹੈ ਕੀ, ਕਿ ਧੰਦਾ ਬਣਾਇਆ ਕਿਹਨਾਂ ਨੇ ਆ।
ਜੀ ਧੰਦਾ ਬਣਾਇਆ ਹੈ ਸਾਡੇ ਉਹਨਾਂ ਲੀਡਰਾਂ ਨੇ, ਉਹਨਾਂ ਲੋਕਾਂ ਨੇ ਜੀ ਜਿਹੜੇ ਲੋਕ ਗੁਰਮਤ ਵਿਚਾਰ ਤੋਂ ਜਾਣੂ ਨਹੀਂ, ਗੁਰਮਤ ਦੇ ਪੱਖ ਦੀ ਗੱਲ ਕਰਨ ਦਿਓ ਝਿਜਕਦੇ ਆ, ਤੇ ਜਿਹੜਾ ਗੁਰਮਤ ਦੀ ਗੱਲ ਕਰਦਾ ਹੈ ਉਸ ਦੇ ਬਾਰੇ ਸ਼ਬਦ ਵਰਤਦੇ ਆ ਜੀ ਇਹਨਾਂ ਨੇ ਧੰਦਾ ਬਣਾਇਆ। ਜੀਵਨ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਹਰ ਮਨੁੱਖ ਜਿਹੜਾ ਵਾ ਕੋਈ ਨਾ ਕੋਈ ਕਿੱਤਾ, ਕੋਈ ਨਾ ਕੋਈ ਕਾਰਜ ਕਰਦਾ ਹੈ। ਜਿਹਨੇ ਇਸ ਖੇਤਰ ਵਿੱਚ ਮਿਹਨਤ ਕਰਨੀ ਹੈ, ਜਿਹਨੇ ਇਸ ਖੇਤਰ ਵਿੱਚ ਆਪਣਾ ਜੀਵਨ ਝੋਕਣਾ ਹੈ, ਤੇ ਉਸ ਦੇ ਪ੍ਰਬੰਧ ਦਾ ਜਿਹੜਾ ਵਾ ਉਸ ਦੇ ਕਿੱਤੇ ਦਾ ਪ੍ਰਬੰਧ ਜਾਂ ਉਸ ਦੇ ਜਿਹੜੇ ਪਰਿਵਾਰ ਦੀਆਂ ਲੋੜਾਂ ਦਾ ਪ੍ਰਬੰਧ ਜਿਹੜਾ ਵਾ ਉਹ ਅਕਸਰ ਸ਼ੁਰੂ ਤੋਂ ਅਸੀਂ ਵੇਖਦੇ ਆਏ ਹਾਂ ਕਿ ਜਿਹੜਾ ਗੁਰਮਤਿ ਦੇ ਪ੍ਰਚਾਰ ਵਾਲੇ ਪਾਸੇ ਪਿਆ ਹੈ ਤੇ ਉਹ ਗੁਰੂ ਕੀ ਸੰਗਤ ਦੇ ਦੁਆਰਾ ਜਿਹੜਾ ਵਾ ਹੁੰਦਾ ਰਿਹਾ ਹੈ। ਹੁਣ ਦੂਜੀ ਗੱਲ ਇਹਦੇ ਵਿੱਚ ਧੰਦਾ ਜਾਂ ਇੱਕ ਤੇ ਫੀਲਡ 'ਚ ਵਿਚਰ ਰਹੇ ਜਿਹੜੇ ਲੋਕ, ਉਹਨਾਂ ਨੇ ਧੰਦਾ ਇਸ ਰੂਪ 'ਚ ਬਣਾਇਆ ਵੀ ਜਿਹੜੇ ਕਥਾ ਦੇ ਰੇਟ ਰੱਖ ਕੇ, ਪ੍ਰਚਾਰ ਦੇ ਰੇਟ ਰੱਖ ਕੇ ਜਿਹੜੇ ਆ ਚੱਲ ਰਹੇ। ਜਿਹੜਾ ਮਨੁੱਖੀ ਜ਼ਿੰਦਗੀ ਦੀਆਂ ਲੋੜਾਂ ਜਿਹੜੀਆਂ ਨੇ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ ਤੁਰਿਆ ਹੈ, ਨਾਲ ਦੀ ਨਾਲ ਗੁਰਮਤਿ ਦੇ ਪ੍ਰਚਾਰ ਨੂੰ ਮੁੱਖ ਰੱਖ ਕੇ ਤੁਰਿਆ ਹੈ, ਤੇ ਉਹ ਜਿਹੜਾ ਵਾ ਧੰਦਾ ਨਹੀਂ ਹੁੰਦਾ। ਤੇ ਇਸ ਤਰ੍ਹਾਂ ਤੇ ਫਿਰ ਅਸੀਂ ਜਿਤਨੇ ਵੀ ਜਿਹੜੇ ਸਕੂਲ, ਕਾਲਜ, ਯੂਨੀਵਰਸਿਟੀਆਂ ਜਿਹੜੀਆਂ ਪ੍ਰਾਈਵੇਟ ਬਣੀਆਂ ਨੇ, ਇਹ ਸਭ ਤੋਂ ਵੱਡਾ ਧੰਦਾ ਹੈ। ਗੁਰਮਤਿ ਪ੍ਰਚਾਰ ਇੱਕ ਟੀਚਰ ਦੀ ਤਰ੍ਹਾਂ ਜੇ ਨਿਭਾ ਰਿਹਾ ਹੈ, ਕੋਈ ਵੱਖ-ਵੱਖ ਪਿੰਡਾਂ ਜਾ ਕੇ ਕਲਾਸਾਂ ਲਾ ਰਿਹਾ, ਬੱਚਿਆਂ ਨੂੰ ਸਮਝਾ ਰਿਹਾ, ਸਿੱਖੀ ਦੇ ਗੁਣ ਸਮਝਾ ਰਿਹਾ ਹੈ, ਉਹਦੀ ਮਿਹਨਤ ਹੈ, ਕਿਉਂਕਿ ਉਸ ਨੇ ਆਪਣਾ ਸਮਾਂ ਜਿਹੜਾ ਇਸ ਚੀਜ਼ ਨੂੰ ਦੇਣਾ ਹੈ। ਸੋ ਇਸ ਵਾਸਤੇ ਅਸੀਂ ਆਪਣੇ ਵਿਸ਼ੇ ਵੱਲ ਵੀ ਆਉਣਾ ਹੈ। ਇਹ ਮੈਂ 2 ਮਿੰਟ ਤਾਂ ਕਰਕੇ ਗੱਲ ਕੀਤੀ ਕਿ ਪਤਾ ਲੱਗੇ ਕਿ ਧੰਦੇ ਦਾ ਅਸਲ ਮਤਲਬ ਕੀ। ਇਹ ਧੰਦਾ ਨਹੀਂ ਹੈ, ਇਹ ਗੁਰਮਤਿ ਦਾ ਜਿਹੜਾ ਵਾ ਜੀ ਇਹ ਮਾਰਗ ਹੈ। ਇਸ ਮਾਰਗ ਤੇ ਜਿਹੜਾ ਵੀ ਪਹਿਰਾ ਦੇਵੇਗਾ ਉਹ ਜਿਸ ਰੂਪ 'ਚ ਦੇਵੇਗਾ, ਜਿਹੜਾ ਸਮਾਂ ਝੋਕੇਗਾ, ਉਹਦੀਆਂ ਲੋੜਾਂ ਨੂੰ ਮੁੱਖ ਰੱਖਦੇ ਆ, ਕੌਮ ਪ੍ਰਤੀ ਕੌਮ ਨੂੰ ਆਪ ਹੀ ਸੋਚਣ ਦੀ ਜ਼ਰੂਰਤ ਹੈ। ਬਿਲਕੁਲ ਜੀ ਜੀ, ਬਹੁਤ ਵਧੀਆ ਜੀ। ਜੇ ਅਸੀਂ ਗੁਰਮਤਿ ਦੀ ਗੱਲ ਸਹੀ ਕਰਦੇ ਹਾਂ ਤੇ ਇਹਦੇ 'ਚ ਕੋਈ ਧੰਦਾ ਨਹੀਂ ਹੈ। ਹਾਂ, ਜੇ ਗੁਰਮਤਿ ਤੋਂ ਅਸੀਂ ਬਾਹਰ ਜਾ ਕੇ ਸਮਾਂ ਆਪਣਾ ਤੇ ਸੰਗਤ ਦਾ ਬਰਬਾਦ ਕਰਦੇ ਹਾਂ ਤੇ ਉਹ ਧੰਦਾ ਹੀ ਹੈ, ਤੇ ਆਮ ਬੰਦਾ ਵੀ ਬਹੁਤ ਜਲਦੀ ਉਸ ਚੀਜ਼ ਨੂੰ ਸਮਝ ਜਾਂਦਾ। ਹਾਂਜੀ, ਆਪਾਂ ਵਿਸ਼ੇ ਵੱਲ ਆਈਏ ਤੇ ਵਿਸ਼ਾ ਅਸੀਂ ਦੱਸ ਦਿੱਤਾ, ਇੱਕ ਵਾਰ ਫੇਰ ਦੁਬਾਰਾ ਦੁਹਰਾ ਦਿੰਦੇ ਹਾਂ ਕਿ ਕੀ ਗੁਰਮਤਿ ਧੀਰਥ ਸਾਨੂੰ ਮੰਨਦੀ ਹੈ। ਸਾਡਾ ਵਿਸ਼ਾ ਰਹੇਗਾ ਅੱਜ ਦੇ ਪ੍ਰੋਗਰਾਮ ਦਾ। ਤੇ ਪਹਿਲਾ ਸਵਾਲ ਵੀਰ ਜੀ ਇਹ ਹੈ ਕਿ ਤੀਰਥ ਤੋਂ ਕੀ ਭਾਵ ਹੈ, ਇਹ ਪਹਿਲਾਂ ਸਰੋਤਿਆਂ ਨੂੰ ਦੱਸਣਾ ਕਰੋ ਜੀ। ਹਾਂਜੀ, ਜਿਸ ਵਿਸ਼ੇ ਦੀ ਅੱਜ ਅਸੀਂ ਵਿਚਾਰ ਆਰੰਭ ਕਰਨ ਲੱਗੇ ਹਾਂ, ਸਾਨੂੰ ਉਹਦੀ ਭਾਸ਼ਾ ਤੇ ਕਿਹੜੀ ਭਾਸ਼ਾ 'ਚ ਉਹ ਸ਼ਬਦ ਆਇਆ, ਤੇ ਨਾਲ ਦੀ ਨਾਲ ਉਹਦਾ ਜਿਹੜਾ ਉੱਪਰਲਾ ਸੰਬੰਧ ਹੈ, ਭਾਵ ਕਿ ਜਿਹੜਾ ਲੋਕਾਂ ਦੇ ਵਿੱਚ ਜਿਹੜੀ ਚੀਜ਼ ਪ੍ਰਸਿੱਧ ਹੈ ਉਹਦੇ ਅਰਥ ਰੂਪ ਦੇ ਵਿੱਚ ਉਹਨੂੰ ਵੀ ਵਿਚਾਰਨਾ ਹੈ, ਤੇ ਉਹਦੇ ਪਿੱਛੇ ਛੁਪੀ ਹੋਈ ਜਿਹੜੀ ਵਿਚਾਰ ਉਸ ਨੂੰ ਵੀ ਸਮਝਣਾ। ਕਿਉਂਕਿ ਸਵਾਲ ਬੜਾ ਵਧੀਆ ਕਿ ਤੀਰਥ ਕੀ ਆ। ਬਿਲਕੁਲ। ਭਾਈ ਕਾਹਨ ਸਿੰਘ ਨਾਭਾ ਸਿੱਖ ਕੌਮ ਦੇ ਮਹਾਨ ਵਿਦਵਾਨ ਨੇ, ਉਹਨਾਂ ਨੇ ਮਹਾਨ ਕੋਸ਼ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਪਵਿੱਤਰ ਥਾਂ ਜਾਣ ਕੇ ਉੱਥੇ ਇਸ਼ਨਾਨ ਕਰਨਾ, ਤੇ ਉੱਥੇ ਇਸ਼ਨਾਨ ਕਰਨ ਤੋਂ ਬਾਅਦ ਕਿਸੇ ਪੁਜਾਰੀ ਵਰਗ ਨੂੰ, ਵਿਸ਼ੇਸ਼ ਮਨੁੱਖ ਨੂੰ ਦਾਨ ਪੁੰਨ ਕਰਨਾ, ਤੇ ਉਸ ਤੋਂ ਬਾਅਦ ਇਹ ਮਨ ਵਿੱਚ ਮਨਸ਼ਾ ਰੱਖਣੀ ਕਿ ਇਸ ਥਾਂ ਦੇ ਉੱਤੇ ਜਾ ਕੇ ਮੇਰੇ ਜਿਹੜੇ ਪਾਪ ਆ ਉਹ ਸਾਰੇ ਖਤਮ ਹੋ ਗਏ, ਇੱਥੇ ਇਸ਼ਨਾਨ ਕਰਨ ਤੇ ਦਾਨ ਪੁੰਨ ਕਰਨ ਨਾਲ ਮੇਰੇ ਪਾਪ ਮਿਟ ਗਏ। ਉਹਨੂੰ ਤੀਰਥ ਦੇ ਵਜੋਂ ਪ੍ਰਸਿੱਧ ਤੌਰ ਤੇ ਜਿਹੜਾ ਜਾਣਿਆ ਜਾਂਦਾ। ਤੇ ਭਾਸ਼ਾ ਵਿਭਾਗ ਵੱਲੋਂ ਇੱਕ ਕਿਤਾਬ ਛਾਪੀ ਹੈ, ਗੁਰ ਸ਼ਬਦ ਰਤਨਾਗਰ। ਡਾਕਟਰ ਕਾਲਾ ਸਿੰਘ ਬੇਦੀ ਇਹਨੂੰ ਲਿਖਣ ਵਾਲੇ ਨੇ। ਉਹਨਾਂ ਨੇ ਬੜੇ ਕਮਾਲ ਦੀ ਜਿਹੜੀ ਗੱਲ ਲਿਖੀ ਆ, ਤੇ ਤੁਸੀਂ ਹੈਰਾਨ ਹੋਵੋਗੇ, ਜਿਹੜੀ ਚੀਜ਼ ਸਾਡੇ ਸਮਾਜ ਵਿੱਚ ਪ੍ਰਸਿੱਧ ਹੈ, ਜਿਹੜੇ ਅਰਥ ਸਾਡੇ ਸਮਾਜ ਨੇ ਉਹਦੇ ਲਏ ਜਾਂ ਸਾਡੇ ਵਿੱਚ ਪ੍ਰਚਲਿਤ ਕਰ ਦਿੱਤੇ ਕਿਸੇ ਇੱਕ ਸਾਜ਼ਿਸ਼ ਤਹਿਤ, ਉਹਦੇ ਵਿਚਲਾ ਜਿਹੜਾ ਸਹੀ ਸਿਧਾਂਤ ਜਿਹੜਾ ਵਾ ਉਹ ਛੁਪ ਗਿਆ। ਉਸ ਸਿਧਾਂਤ ਨੂੰ ਜਿਹੜਾ ਵਾ ਸਾਨੂੰ ਸਮਝਣ ਦੀ ਜ਼ਰੂਰਤ ਹੈ। ਉਹ ਸਿਧਾਂਤ ਕੀ ਆ? ਤੀਰਥ ਪ੍ਰਾਚੀਨ ਤੌਰ ਤੇ ਜਿਹੜੇ ਨੇ ਅਸਥਾਨ ਕਿਵੇਂ ਬਣੇ, ਤੀਰਥ ਦਾ ਉਹਨਾਂ ਨੇ ਜਿਹੜਾ ਵਾ ਅਰਥ ਕੀਤਾ ਹੈ। ਤੀਰਥ ਸ਼ਬਦ ਨੂੰ ਨਾ ਉਹਨਾਂ ਨੇ ਥੋੜਾ ਜਿਹਾ ਵੱਖਰਾ ਕਰਕੇ ਬਿਆਨ ਕੀਤਾ। ਤੀਰ ਦਾ ਅਰਥ ਹੁੰਦਾ ਦਰਿਆ ਦਾ ਕੰਢਾ। ਦਰਿਆ ਦੇ ਕੰਢੇ ਤੇ ਵਸਿਆ ਹੋਇਆ ਸਥਾਨ, ਨਗਰ, ਸ਼ਹਿਰ, ਤੇ ਉੱਥੇ ਮਨੁੱਖ ਜਿਹੜਾ ਹੈ ਆਪਣੀਆਂ ਜਿਹੜੀਆਂ ਲੋੜਾਂ ਨੇ ਉਹਨਾਂ ਨੂੰ ਪੂਰੀਆਂ ਕਰਨ ਵਾਸਤੇ, ਪਾਣੀ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਪੂਰੀਆਂ ਕਰਨ ਵਾਸਤੇ ਉਸ ਥਾਂ ਤੇ ਟਿਕਾਣਾ ਕਰਦਾ ਹੈ। ਆਇਆ ਗਿਆ ਕੋਈ ਵੀ ਮਨੁੱਖ ਉੱਥੇ, ਕਿਉਂਕਿ ਵਗਦੇ ਪਾਣੀ ਦੇ ਵਿੱਚੋਂ ਹੀ ਪੁਰਾਣੇ, ਕਿਉਂਕਿ ਇੰਨੇ ਸਰੋਤ ਨਹੀਂ ਸਨ, ਇੰਨੇ ਸਾਧਨ ਨਹੀਂ ਸਨ, ਜਿਨ੍ਹਾਂ ਦੀ ਬਦੌਲਤ ਮਨੁੱਖ ਜਿਹੜਾ ਹੈ ਇਹ ਸੋਚੇ ਕਿ ਮੈਂ ਜਿਹੜਾ ਵਾ ਆਪਣੇ ਸਿਸਟਮ ਨੂੰ ਸਮਝ ਸਕਾਂ। ਕਿਉਂਕਿ ਅੱਜ ਕੱਲ੍ਹ ਦੀ ਜਿਹੜੀ ਡਿਵੈਲਪਮੈਂਟ ਹੈ, ਅੱਜ ਕੱਲ੍ਹ ਦੀ ਜਿਹੜੀ ਸਿਸਟਮ ਹੈ, ਇੰਨੀ ਡਿਵੈਲਪਮੈਂਟ ਨਹੀਂ ਸੀ, ਇੰਨੇ ਸਾਧਨ ਨਹੀਂ ਸਨ। ਪਾਣੀ ਦੀ ਮੁੱਖ ਲੋੜ ਨੂੰ ਪੂਰੀਆਂ ਕਰਨ ਵਾਸਤੇ
ਉੱਥੇ ਹੀ ਪਾਣੀ ਜਿਹੜਾ ਵਾ ਉਸ ਪਾਣੀ ਤੋਂ ਹੀ ਸਾਰੇ ਕਾਰਜ ਜਿਹੜੇ ਸਵਾਰੇ ਜਾਂਦੇ ਸਨ। ਭਾਵੇਂ ਕੱਪੜੇ ਧੋਣ ਦਾ ਸੀ, ਭਾਵੇਂ ਇਸ਼ਨਾਨ ਕਰਨ ਦਾ ਸੀ, ਚਾਹੇ ਪਾਣੀ ਪੀਣ ਦਾ ਸੀ, ਪਸ਼ੂ ਪਾਲਣ ਦਾ ਸੀ, ਸਭ ਕੁਝ ਜੋ ਕਿ ਪਾਣੀ ਦੇ ਨਾਲ ਜੁੜੀ ਹੋਈ ਚੀਜ਼ ਸੀ, ਉਸ ਨੂੰ ਮੁੱਖ ਰੱਖਦੇ ਆ, ਉਸ ਨੂੰ ਪੂਰੀਆਂ ਕਰਨ ਵਾਸਤੇ ਉਹਨਾਂ ਵੱਲੋਂ ਜਿਹੜੀ ਆ ਇਸ ਤਰੀਕੇ ਨਾਲ ਪ੍ਰਾਚੀਨ ਲੋਕਾਂ ਵੱਲੋਂ ਤੀਰਥ ਅਸਥਾਨ ਬਣਾਏ ਗਏ ਮੁੱਖ ਰੱਖ ਕੇ। ਤੀਰ ਦਾ ਅਰਥ ਹੈ ਦਰਿਆ ਦਾ ਕੰਢਾ, ਤੇ ਦਰਿਆ ਦੇ ਕੰਢੇ ਤੇ ਵਸੇ ਹੋਏ ਸਥਾਨ। ਬਾਅਦ ਵਿੱਚ ਚਾਲਬਾਜ਼ ਲੋਕਾਂ ਨੇ ਇੱਕ ਚਾਲ ਦੇ ਆਧਾਰ ਦੇ ਉੱਤੇ ਚਾਲ ਵਿਚਾਰ ਨੂੰ ਖੇਡਦਿਆਂ ਹੋਇਆਂ ਆਪਣੇ ਧੰਦੇ ਇਸ ਚੀਜ਼ ਨੂੰ ਧੰਦਾ ਬਣਾਉਂਦੇ ਆ, ਉਹਨਾਂ ਲੋਕਾਂ ਨੇ ਲੋਕਾਂ ਦੇ ਡਰ ਨੂੰ ਆਪਣੇ ਅਧੀਨ ਕੀਤਾ ਤੇ ਉਹਨਾਂ ਦੇ ਡਰ ਨੂੰ ਵਰਤ ਕੇ ਉਹਨਾਂ ਦਾ ਸ਼ੋਸ਼ਣ ਕਰਨਾ ਸ਼ੁਰੂ ਕਰ ਦਿੱਤਾ। ਤੇ ਉਹਨਾਂ ਦਾ ਜਿਹੜਾ ਸ਼ੋਸ਼ਣ ਹੋਇਆ ਉਹ ਕਿਸ ਰੂਪ ਅੱਜ ਵੀ ਉਸੇ ਤਰ੍ਹਾਂ ਦੇ ਵਿੱਚ ਸਾਡੇ ਪੰਜਾਬ ਦੇ ਨਾ ਪਿੰਡਾਂ ਦੇ ਵਿੱਚ ਅੱਜ ਵੀ ਉਸੇ ਤਰ੍ਹਾਂ ਦੀ ਸੋਚ ਲੈ ਕੇ, ਉਸੇ ਤਰ੍ਹਾਂ ਦੇ ਖਿਆਲ ਲੈ ਕੇ ਜਿਹੜੀ ਆ ਆਮ ਸੰਤ ਬਾਬੇ ਜਿਹੜੇ ਬਣ ਕੇ ਬੈਠੇ ਆ ਨਾ, ਆਪੂ ਬਣੇ ਜਿਹੜੇ ਪੁੱਛਾਂ ਦਿੰਦੇ ਆ, ਜਿਹੜੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਆ, ਲੋਕ ਡਰੇ ਹੋਏ ਘਬਰਾਏ ਹੋਏ ਆ। ਮੈਂ ਇੱਕ ਉਦਾਹਰਨ ਆਪ ਜੀ ਨਾਲ ਸਾਂਝੀ ਕਰਨੀ ਚਾਹੁੰਦਾ। ਇੱਕ ਸੱਜਣ ਮੇਰੇ ਕੋਲ ਆਇਆ, ਮੈਨੂੰ ਕਹਿਣ ਲੱਗਾ ਕਿ ਭਾਈ ਸਾਹਿਬ ਤੁਸੀਂ ਸਾਡੇ ਨਗਰ 'ਚ ਕਥਾ ਕਰਕੇ ਆਏ, ਮੈਂ ਤੁਹਾਡੇ ਨਾਲ ਜਿਹੜੀ ਵਿਚਾਰ ਕਰਨੀ ਚਾਹੁੰਦਾ। ਮੈਨੂੰ ਕਹਿਣ ਲੱਗੇ, ਕਹਿੰਦੇ ਵੀ ਮੇਰੇ ਨਾਲ ਪਰਿਵਾਰ ਦੇ ਵਿੱਚ, ਤੁਸੀਂ ਹੈਰਾਨ ਹੋਵੋਗੇ ਜਿਹੜੀ ਗੱਲ ਉਹਨੇ ਕਹੀ, ਕਹਿੰਦਾ ਵੀ ਮੇਰੇ ਪਰਿਵਾਰ ਦੇ ਵਿੱਚ ਇੱਕ ਮੈਂ ਆ, ਇੱਕ ਮੇਰਾ ਬੱਚਾ, ਤੇ ਸਾਡੇ ਵਿੱਚ ਨਾ ਇੱਕ ਸਾਡੀ ਬਜ਼ੁਰਗ ਮਾਤਾ ਰਹਿੰਦੀ ਹੈ, ਤੇ ਉਹ ਸਾਨੂੰ ਇੱਕ ਗੱਲ ਕਹਿੰਦੀ ਆ ਕਿ ਵੀ ਸੱਪ ਜਿਹੜਾ ਤੁਹਾਡੇ ਘਰ ਬਾਰ-ਬਾਰ ਆ ਰਿਹਾ ਹੈ, 1 ਮਹੀਨੇ ਤੋਂ ਜਿਹੜਾ ਸੱਪ ਆ ਰਿਹਾ ਸੀ, ਤੇ ਮਹੀਨੇ ਦੇ ਵਿੱਚ 4 ਕੁ ਵਾਰੀ ਸੱਪ ਜਿਹੜਾ ਉਹਨਾਂ ਦੇ ਘਰ ਵਿੱਚ ਚੱਕਰ ਲਾ ਗਿਆ। ਤੇ ਉਸ ਮਾਤਾ ਨੇ ਭੁਲੇਖਾ ਪਾਤਾ, ਕਹਿੰਦੇ ਵੀ ਜਿਹੜਾ ਸੱਪ ਬਾਰ-ਬਾਰ ਆ ਰਿਹਾ ਹੈ, ਤੁਸੀਂ ਕਿਸੇ ਬਾਬੇ ਕਿਸੇ ਨੂੰ ਪੁੱਛਣ ਜਾਓ ਤੇ ਪਤਾ ਕਰੋ ਵੀ ਇਹਦਾ ਕਾਰਨ ਕੀ ਆ, ਕਿਉਂਕਿ ਇਹ ਤਾਂ ਵਿਘਨ ਪੈ ਰਹੇ ਨੇ ਸਾਡੇ ਪਰਿਵਾਰ ਵਿੱਚ, ਕਲ ਕਲੇਸ਼ ਵੱਧ ਰਿਹਾ ਹੈ। ਤੇ ਕਹਿਣ ਲੱਗਾ ਭਾਈ ਸਾਹਿਬ ਮੈਂ ਤੁਹਾਡੇ ਕੋਲ ਆਇਆ, ਮੈਨੂੰ ਦੱਸੋ ਕਿ ਕੀ ਤਰੀਕਾ ਵਰਤਿਆ ਜਾਏ ਜਿਹਦਾ ਮਤਲਬ ਵੀ ਸੱਪ ਜਿਹੜਾ ਵਾ ਉਹ ਆ ਰਿਹਾ ਹੈ, ਤੇ ਉਹਦਾ ਕੀ ਤਰੀਕਾ ਵਰਤਿਆ ਜਾ ਸਕਦਾ ਹੈ। ਮੈਂ ਹੈਰਾਨ ਸੀ। ਇਹੋ ਜਿਹੇ ਆ ਜਿਹੜੇ ਇਹ ਡਰ ਨੇ ਛੋਟੇ ਛੋਟੇ, ਇਹਦੇ ਲੈ ਕੇ ਸਾਡੇ ਲੋਕ ਪੁੱਛਣ ਵਾਸਤੇ ਕਿਸੇ ਬਾਬੇ ਸੰਤ ਦੇ ਕੋਲ ਜਾਂਦੇ। ਤੇ ਤੁਸੀਂ ਹੈਰਾਨ ਹੋਵੋਗੇ, ਉਸ ਵਕਤ ਜਦੋਂ ਮੇਰੇ ਕੋਲ ਆਇਆ ਤੇ ਮੈਂ ਉਸ ਨੂੰ ਵੀਰ ਨੂੰ ਪੁੱਛਿਆ, ਮੈਂ ਕਿਹਾ ਵੀ ਜਿਹੜੇ ਕੀੜੇ ਮਕੌੜੇ ਕਾਢੇ ਤੁਹਾਡੇ ਘਰ ਰਹਿੰਦੇ ਆ, ਕਦੀ ਮੈਂ ਕਿਹਾ ਤੁਸੀਂ ਉਹ 'ਤੇ ਵਿਚਾਰ ਕੀਤੀ, ਕਦੀ ਇਸ ਭੁਲੇਖੇ ਦੇ ਵਿੱਚੋਂ ਤੁਸੀਂ ਬਾਹਰ ਆਏ, ਵੀ ਕਦੀ ਤੁਸੀਂ ਆਪਣੇ ਅੰਦਰ ਇਹੋ ਜਿਹਾ ਭੁਲੇਖਾ ਪਾਇਆ, ਭਰਮ ਪਾਲਿਆ ਕਿ ਜਿਹੜੇ ਕੀੜੇ ਮਕੌੜੇ ਕਾਢੇ ਸਾਡੇ ਘਰ ਤੁਰੇ ਫਿਰਦੇ ਆ, ਇਹ ਕੋੜ ਕਿਰਲੀਆਂ ਤੁਰੀਆਂ ਫਿਰਦੀਆਂ ਨੇ, ਇਹ ਵੀ ਜਿਹੜਾ ਵਾ ਮਤਲਬ ਕੋਈ ਰੁਕਾਵਟਾਂ ਪਾਉਣ ਵਾਸਤੇ ਆਈਆਂ, ਕਿਸੇ ਨੇ ਭੇਜੀਆਂ। ਮੈਂ ਕਿਹਾ ਸੱਪ ਤੋਂ ਸਾਨੂੰ ਡਰ ਲੱਗਦਾ, ਸੱਪ ਨਾਲ ਅਸੀਂ ਜਿਹੜਾ ਵਾ ਸਾਨੂੰ ਖਤਰਾ ਹੈ, ਤੇ ਇਸ ਵਾਸਤੇ ਅਸੀਂ ਇਸ ਗੱਲ ਦਾ ਪ੍ਰਚਾਰ ਕਰ ਰਹੇ ਹਾਂ। ਇਸ ਗੱਲ ਮਨ ਦੇ ਵਿੱਚ ਪ੍ਰਚਾਰੀ ਵੀ ਜਾ ਰਹੇ, ਦੂਜੇ ਨੂੰ ਵੀ ਕਹੀ ਜਾਂਦੇ, ਕਿਸੇ ਨੂੰ ਪੁੱਛ ਕੇ ਆਓ, ਪੁੱਛਾਂ ਲੈ ਕੇ ਆਓ। ਹੁਣ ਜੇ ਕੋਈ ਉਹ ਕਿਸੇ ਬਾਬੇ ਕੋਲ ਚਲ ਜਾਂਦਾ ਤੇ ਉਹਨੇ ਕੀ ਕਹਿਣਾ ਸੀ? ਉਹਨੇ ਕਹਿਣਾ ਸੀ ਕਿ ਜਾ ਕਿਸੇ ਸਰੋਵਰ 'ਚ ਇਸ਼ਨਾਨ ਕਰ ਆ, ਕਿਸੇ ਸਰੋਵਰ 'ਚ ਚੁੱਭੀਆਂ ਮਾਰਾ, ਤੇਰੇ ਜੀਵਨ ਵਿੱਚ ਜਿਹੜੀਆਂ ਰੁਕਾਵਟਾਂ ਨਹੀਂ ਆਉਣਗੀਆਂ। ਸੋ ਇਹ ਜਿਹੜੀਆਂ ਵਿਚਾਰਾਂ ਨੇ, ਇਸੇ ਤਰ੍ਹਾਂ ਡਰ ਜਿਹੜਾ ਫੈਲਦਾ ਹੈ। ਉਹ ਕਹਿੰਦਾ ਵੀ 3 ਸਾਲ ਹੋ ਗਏ ਅੰਮ੍ਰਿਤ ਛਕੇ ਨੂੰ, ਭਾਈ ਸਾਹਿਬ 3 ਸਾਲ ਅੰਮ੍ਰਿਤ ਛਕੇ ਨੂੰ ਹੋ ਗਏ ਆ, ਤੇ 3 ਸਾਲ ਤੋਂ ਲਗਾਤਾਰ ਹੀ ਕਹਿੰਦਾ ਵੀ ਮੈਂ ਗੁਰਦੁਆਰੇ ਵੀ ਜਾ ਰਿਹਾ ਵਾਂ, ਪਰ ਮੇਰੇ ਜੀਵਨ 'ਚ ਕੋਈ ਤਬਦੀਲੀ ਨਹੀਂ ਆ ਰਹੀ। ਜੇ ਤੁਸੀਂ ਹੈਰਾਨ ਹੋਵੋਗੇ ਗੁਰੂ ਪਿਆਰਿਓ, ਮੈਂ ਇਹ ਗੱਲ ਉਹਨਾਂ ਨੂੰ ਦ੍ਰਿੜ ਕਰਵਾਈ। ਮੈਂ ਕਿਹਾ ਵੀ ਤੁਸੀਂ ਆਪਣੇ ਗੁਰਦੁਆਰੇ ਤੇ ਜਾ ਰਹੇ ਜੇ, ਮੱਥਾ ਤੇ ਟੇਕ ਰਹੇ ਜੇ, ਪਰ ਕਦੀ ਮੈਂ ਕਿਹਾ ਵੀ ਗੁਰਦੁਆਰੇ ਬੈਠ ਕੇ ਗੁਰਬਾਣੀ ਦੀ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਵੀ ਕੀਤੀ, ਗੁਰਬਾਣੀ ਦੀ ਵਿਚਾਰ ਵਾਲੇ ਪਾਸੇ ਵੀ ਤੁਰੇ। ਸੋ ਇਸ ਤਰ੍ਹਾਂ ਦੇ ਨਿੱਕੇ ਨਿੱਕੇ ਡਰ ਜਿਹੜੇ ਆ ਜਿਹੜੇ ਫੈਲਾਏ ਜਾ ਰਹੇ ਆ। ਗੁਰਮਤ ਜਿਹੜੀ ਆ ਸਾਨੂੰ ਜੀਵਨ ਦੇ ਇੱਕ ਨਵਾਂ ਮਾਰਗ ਜਿਹੜਾ ਦਿੰਦੀ ਹੈ। ਤੀਰਥ ਦਾ ਮੁੱਖ ਉਦੇਸ਼ ਕੁਝ ਹੋਰ ਸੀ ਤੇ ਪਰ ਬਣਾ ਕੁਛ ਹੋਰ ਦਿੱਤਾ। ਬਿਲਕੁਲ ਬਿਲਕੁਲ। ਪੁਜਾਰੀਆਂ ਵੱਲੋਂ ਮਤਲਬ ਕੁਛ ਇਦਾਂ ਦਾ ਵਹਿਮ ਔਰ ਭਰਮ ਲੋਕਾਂ ਨੂੰ ਜਿਹੜਾ ਉਹ ਪਾ ਕੇ ਤੇ ਇਹਨਾਂ ਤੀਰਥ ਅਸਥਾਨਾਂ ਦੇ ਨਾਲ ਜਿਹੜਾ ਸਦੀਵੀ ਜੋੜਿਆ ਗਿਆ, ਔਰ ਜਿਹੜੇ ਇਹਨਾਂ ਦੇ ਪੁਰਾਤਨ ਸਰੋਤ ਸੀ ਉਹ ਪਾਣੀ ਦੇ ਸੋਮਿਆਂ ਦਾ ਘਾਟ ਕਰਕੇ ਇਹਨਾਂ ਦੀ ਵਰਤੋਂ ਦੇ ਵਿੱਚ ਲਿਆਂਦਾ ਗਿਆ ਸੀ। ਆਪਾਂ ਅਗਲੇ ਸਵਾਲ ਵੱਲ ਆਈਏ। ਜਦੋਂ ਅਸੀਂ ਤੀਰਥਾਂ ਦੀ ਗੱਲ ਕਰਦੇ ਕਿ ਉਹ ਇੱਕ ਮਨੌਤ ਦੇ ਆਧਾਰ ਤੇ ਹਿੰਦੂ ਮਤ ਦੇ ਵਿੱਚ ਉਹਨਾਂ ਦੀ ਇਸ ਤਰ੍ਹਾਂ ਪ੍ਰਚਲਿਤ ਜਿਹੜੀ ਵਿਚਾਰ ਉਹ ਬਣ ਚੁੱਕੀ ਹੈ, ਉਹ ਧਾਰਾ ਜਿਹੜੀ ਹੈ ਲੋਕਾਂ ਦੇ ਮਨਾਂ ਵਿੱਚ ਘਰ ਕਰ ਚੁੱਕੀ ਹੈ। ਜੇ ਅਸੀਂ ਵੇਖੀਏ ਤਾਂ ਕਿ ਗੁਰਮਤ ਤੋਂ ਬਾਹਰੀ ਤੀਰਥਾਂ, ਜਿਹੜੇ ਬਾਹਰਲੇ ਤੀਰਥ ਇਹ ਤਾਂ ਜਿਹੜੇ ਹਿੰਦੂ ਮਤ ਦੇ ਮੁਤਾਬਕ ਆ, ਕੁਝ ਸਾਡੇ ਵਿੱਚ ਵੀ ਇਦਾਂ ਦਾ ਕੁਝ ਹੈਗਾ ਵੀ ਕੀ ਕਈ ਆਖਦੀ ਹੈ, ਗੁਰਮਤ ਕੀ ਆਖਦੀ ਇਹਨਾਂ ਤੀਰਥਾਂ ਬਾਰੇ। ਜਦੋਂ ਅਸੀਂ ਇਹੋ ਜਿਹਾ ਕੁਝ ਭਰਮ ਪਾਲ ਕੇ ਇਹਨਾਂ ਸਥਾਨਾਂ ਤੇ ਜਾਂ
ਇੰਜ ਕਹਿ ਲਓ ਵੀ ਜੇ ਤਾਂ ਵਹਿਮ ਚ ਭਰਮ ਵਿੱਚ ਫਸ ਕੇ ਜਾਂਦੇ ਹਾਂ। ਹਾਂਜੀ ਜੀ ਜੀ, ਜੇ ਤਾਂ ਅਸੀਂ ਇਹ ਸੋਚ ਕੇ ਤੀਰਥ ਇਸ਼ਨਾਨ ਕਰਨ ਵਾਸਤੇ ਜਾ ਰਹੇ ਹਾਂ, ਤੀਰਥ ਦਰਸ਼ਨ ਕਰਨ ਵਾਸਤੇ ਜਾ ਰਹੇ ਹਾਂ ਕਿ ਭਈ ਸਾਡੇ ਘਰ ਦੀਆਂ ਰੁਕਾਵਟਾਂ ਦੂਰ ਹੋ ਜਾਣ, ਦਾਨ ਪੁੰਨ ਇਸ਼ਨਾਨ ਇਸ ਵਾਸਤੇ ਕਰਨ ਵਾਸਤੇ ਜਾ ਰਹੇ ਹਾਂ, ਤਾਂ ਇਹ ਤੀਰਥ ਤੇ ਜਾਣ ਦਾ ਜਿਹੜਾ ਕੋਈ ਵੀ ਲਾਭ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਨਹੀਂ। ਕਿਉਂਕਿ ਜਿਹੜੀ ਮੈਲ ਸਾਡੇ ਮਨ ਨੂੰ ਚੰਬੜੀ ਆ, ਬੰਦਾ ਜਿਹੜਾ ਮਨੁੱਖ 5 ਵਿਕਾਰਾਂ ਦੇ ਅਧੀਨ ਹੋ ਕੇ ਵਿਕਾਰ ਕਰਦਾ, ਭੈੜੀ ਜਿਹੜੀ ਮੱਤ ਬਣੀ ਆ, ਭੈੜੇ ਵਿਚਾਰ ਬਣੇ ਨੇ, ਤੇ ਲਾਉਣ ਵਾਸਤੇ ਤਰੀਕਾ ਵਰਤ ਰਿਹਾ ਹੈ ਕਿ ਪਾਣੀ ਦੇ ਵਿੱਚ ਇਸ਼ਨਾਨ ਕਰਕੇ, ਦਾਨ ਪੁੰਨ ਕਰਕੇ, ਤੇ ਇਹ ਜਿਹੜੀ ਮੈਲ ਉਤਰ ਜਾਏ। ਸਤਿਗੁਰੂ ਨੇ ਬਾਣੀ ਦੇ ਵਿੱਚ ਸਪਸ਼ਟ ਕੀਤਾ ਹੈ ਕਿ 68 ਤੀਰਥ ਜੇ ਨਹਾਵੈ ਉਤਰੇ ਨਾ ਹੀ ਮੈਲ। ਕਹਿੰਦੇ ਜਿਹੜੀ ਮਨ ਦੀ ਮੈਲ ਆ ਉਹ ਤੇ ਮੈਲ ਹੀ ਹੋਰ ਆ। ਜਪਜੀ ਸਾਹਿਬ ਦੀ ਬਾਣੀ 'ਚ ਬਿਲਕੁਲ ਸਪਸ਼ਟ ਕੀਤਾ ਹੈ ਸਾਨੂੰ, ਇੰਨੀ ਸੁੰਦਰ ਉਦਾਹਰਨ ਦੇ ਕੇ। ਅਸੀਂ ਫਿਰ ਵੀ ਉਸ ਬਾਣੀ ਨੂੰ ਪੜ੍ਹ ਕੇ ਕਈ ਵਾਰ ਭਰਮ ਦਾ ਸ਼ਿਕਾਰ ਹੋ ਜਾਂਦੇ। ਪੜ੍ਹਨ ਵਾਲੇ ਵੀ ਇਸ ਭਰਮ ਦੇ ਸ਼ਿਕਾਰ ਵਿੱਚ ਜਿਹੜੇ ਆ ਬਹੁਤ ਸਾਰੇ ਇਸੇ ਭਰਮ ਦਾ ਸ਼ਿਕਾਰ ਹੋ ਕੇ ਜੀਵਨ ਬਤੀਤ ਕਰ ਰਹੇ। ਤੀਰਥਾਂ ਦੇ ਉੱਤੇ ਸਿਰਫ ਤੇ ਸਿਰਫ ਇੱਕੋ ਚੀਜ਼ ਆ, ਭਰਮ। ਹੁਣ ਗੁਰਦੇਵ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਵੇਖੋ ਜਪਜੀ ਸਾਹਿਬ ਸਰਲ ਬਾਣੀ ਦੇ ਵਿੱਚ ਬਹੁਤ ਅਰਥ ਸਰਲ ਇਹਦੇ ਵਿੱਚ ਸਪਸ਼ਟ ਜੇ ਆ। ਨਿੱਜੀ ਜ਼ਿੰਦਗੀ ਨਾਲ ਸਾਡੇ ਨਾਲ ਜਿਹੜੀਆਂ ਘਟਨਾਵਾਂ ਘਟਦੀਆਂ ਨੇ ਉਹਨਾਂ ਦਾ ਜ਼ਿਕਰ ਕੀਤਾ ਕਿ ਕਹਿੰਦੇ ਵੀ ਭਰੀਏ ਹੱਥ ਪੈਰ ਤਨ ਦੇ, ਜੇ ਸਾਡਾ ਸਰੀਰ ਮਿੱਟੀ ਨਾਲ ਲਿਪਟ ਜਾਏ, ਮੈਲ ਨਾਲ ਲਿਪਟ ਜਾਏ, ਤੇ ਅਸੀਂ ਕੀ ਤਰੀਕਾ ਵਰਤ। ਫਿਰ ਕਹਿੰਦੇ ਭਰੀਏ ਹੱਥ ਪੈਰ ਤਨ ਦੇ, ਪਾਣੀ ਧੋਤਾ ਉਤਰ ਸਕੇ। ਕਹਿੰਦੇ ਪਾਣੀ ਦੇ ਨਾਲ ਅਸੀਂ ਉਹਨੂੰ ਉਤਾਰਦੇ। ਇਹ ਤਾਂ ਮੰਨਣਯੋਗ ਹੈ ਕਿ ਤੁਸੀਂ ਕਿਸੇ ਪਾਣੀ ਤੇ ਇਸ਼ਨਾਨ ਕਰ ਰਹੇ ਜੇ ਤੇ ਤੁਹਾਡੇ ਤਨ ਦੇ ਉੱਤੇ ਲੱਗੀ ਹੋਈ ਜਿਹੜੀ ਮੈਲ ਆ ਉਤਰ ਜਾਏ। ਫਿਰ ਕਹਿੰਦੇ ਵੀ ਮੂਤ ਪਲੀਤੀ ਕੱਪੜ ਹੋਏ, ਜੇ ਕਿਤੇ ਸਾਡੇ ਕੱਪੜੇ ਲਿਬੜ ਜਾਣ ਤੇ ਅਸੀਂ ਸਾਬਣ ਦੀ ਵਰਤੋਂ ਕਰਕੇ ਉਹਨਾਂ ਨੂੰ ਸਾਫ਼ ਕਰਦੇ। ਮੂਤ ਪਲੀਤੀ ਕੱਪੜ ਹੋਏ, ਬੇਸਾਬੂਣ ਲਈਏ ਉਹ ਹੋਏ। ਬਿਲਕੁਲ ਸਪਸ਼ਟ ਜਿਹੜੀ ਗੱਲ ਕੀਤੀ। ਇਹ ਜਿਹੜੀ ਅੱਗੇ ਸਤਿਗੁਰੂ ਨੇ ਜਿਹੜੀ ਵਿਚਾਰ ਦਿੱਤੀ, ਕਹਿੰਦੇ ਵੀ ਭਰੀਏ ਮੱਤ ਪਾਪਾਂ ਕੇ ਸੰਗ। ਕਹਿੰਦੇ ਜਿਹੜੀ ਤੇਰੀ ਬੁੱਧੀ ਆ, ਤੇਰੀ ਜਿਹੜੀ ਸੋਚ ਆ, ਉਹ ਵਿਕਾਰੀ ਹੋ ਚੁੱਕੀ ਆ, ਮੈਲੀ ਹੋ ਚੁੱਕੀ ਆ, ਤੇ ਉਹਦੀ ਮੈਲ ਵੀ ਵੱਖਰੀ ਜੀ ਆ। ਉਹਦੀ ਮੈਲ ਜਿਹੜੀ ਆ ਬਾਹਰੀ ਮੈਲ ਵਰਗੀ ਨਹੀਂ ਆ, ਉਹ ਮੈਲ ਜਿਹੜੀ ਆ ਵਿਚਾਰਾਂ ਦੀ ਮੈਲ ਆ। ਤੇ ਜਦੋਂ ਤੂੰ ਉਸ ਨੂੰ ਸਾਫ਼ ਕਰਨਾ ਹੈ ਤੇ ਉਹਦੇ ਵਾਸਤੇ ਤਰੀਕਾ ਕੀ ਵਰਤਣਾ। ਭਰੀਏ ਮੱਤ ਪਾਪਾਂ ਕੇ ਸੰਗ, ਉਹ ਧੁੱਪ ਹੈ ਨਾਵੇਂ, ਉਹ ਤੇ ਨਾਮ ਦੇ ਰੰਗ ਦੇ ਨਾਲ, ਨਾਮ ਦੇ ਦੁਆਰਾ, ਨਾਮ ਰੂਪੀ ਜਲ ਦੀ ਪ੍ਰਾਪਤੀ ਕਰਕੇ ਉਹ ਜਿਹੜਾ ਵਾ ਜਿਹੜੀ ਮੈਲ ਉਤਰਨੀ। ਹੋਰ ਤੇਰੇ ਜਿਤਨੇ ਮਰਜ਼ੀ ਤੂੰ ਤਰੀਕੇ ਵਰਤ, ਉਹ ਸਾਰੇ ਤਰੀਕੇ ਫੇਲ ਆ। ਹੁਣ ਤੁਸੀਂ ਅੱਗੇ ਆ ਜਾਓ। ਸਤਿਗੁਰੂ ਜੀ ਨੇ ਇਹ ਗੱਲ ਕਹੀ ਕਿ ਮਨੁੱਖ ਜਿਹੜਾ ਵਾ 5 ਵਿਕਾਰਾਂ ਦੇ ਅਧੀਨ ਹੋ ਕੇ ਪਾਪ ਕਰਦਾ। ਕਿਉਂਕਿ ਮੇਨ ਚੀਜ਼ ਤੇ ਇਹ ਕਿ ਪਾਪਾਂ ਤੋਂ ਮੁਕਤੀ ਕਿਵੇਂ ਮਿਲੇ। ਉੱਥੇ ਮੁੱਖ ਉਦੇਸ਼ ਇਹੀ ਲੈ ਕੇ ਜਾ ਰਹੇ ਨੇ, ਉਹਨੂੰ ਪਵਿੱਤਰਤਾ ਦਾ, ਉਸ ਥਾਂ ਨੂੰ ਪਵਿੱਤਰਤਾ ਦਾ ਜਿਹੜਾ ਦਰਜਾ ਦਿੱਤਾ। ਹੁਣ ਇਹ ਧਰਮ ਦੇ ਅਧੀਨ ਹੋ ਕੇ ਭਰਮ ਰੂਪੀ ਜਾਲ ਰਾਹੀਂ ਇੱਕ ਥਾਂ ਨੂੰ ਪਵਿੱਤਰਤਾ ਦਾ ਦਰਜਾ ਦਿੱਤਾ ਜਾ ਰਿਹਾ। ਤੇ ਜਪਜੀ ਸਾਹਿਬ ਦੀ ਬਾਣੀ ਕਹਿੰਦੀ ਕਿ ਜੇ ਥਾਂ ਹੀ ਪਵਿੱਤਰ ਨੂੰ ਮੰਨਣਾ ਹੈ, ਤੇ ਜੇ ਕਿਤੇ ਤੂੰ ਧਰਮ ਨੂੰ ਜੀਵਨ ਚ ਲੈ, ਤੇ ਤੇਰੇ ਵਾਸਤੇ ਤਾਂ ਸਾਰੀ ਜ਼ਿੰਦਗੀ ਜਿਹੜੀ ਆ ਧਰਮਸ਼ਾਲਾ, ਧਰਮ ਸਿੱਖਣ ਦਾ ਸਥਾਨ ਹੈ ਤੇ ਪਵਿੱਤਰ ਧਰਮ ਦੇ ਰਾਹੀਂ ਕਿਹਾ ਨਾ। ਤੇ ਮਹਾਰਾਜ ਕਹਿੰਦੇ ਕਿਸ ਵਿੱਚ ਧਰਤੀ ਥਾਪ ਰੱਖੀ ਧਰਮ ਸਥਾਨ। ਕਹਿੰਦੇ ਜਿੰਨੀ ਵੀ ਸਾਰੀ ਸ੍ਰਿਸ਼ਟੀ ਉਹ ਸਾਰੀ ਧਰਮ ਸਿੱਖਣ ਦਾ ਸਥਾਨ ਹੈ। ਸਾਰੀ ਇਸ ਧਰਤੀ ਨੂੰ ਫਿਰ ਪਵਿੱਤਰ ਕਿਹਾ ਜਾ ਸਕਦਾ, ਕਿਸੇ ਇੱਕ ਵਿਸ਼ੇਸ਼ ਥਾਂ ਨੂੰ ਪਵਿੱਤਰਤਾ ਦਾ ਦਰਜਾ ਨਹੀਂ ਦਿੱਤਾ ਜਾ। ਹੁਣ ਸਤਿਗੁਰੂ ਕਹਿੰਦੇ ਵੀ 5 ਵਿਕਾਰਾਂ ਦੇ ਅਧੀਨ ਹੋ ਕੇ ਮਨੁੱਖ ਕੀ ਕਰਦਾ ਹੈ, ਪਾਪ ਕਰਦਾ ਹੈ। ਪਾਪ ਕਰੇ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੇ ਸਭ ਉਤਰੇ। ਤੀਰਥ ਤੇ ਨਹਾ ਕੇ ਇਸ਼ਨਾਨ ਕਰਕੇ ਕਹਿੰਦੇ ਵੀ ਸਾਰੇ ਜਿਹੜੇ ਉਤਰ ਗਏ। ਹੁਣ ਇਹ ਭਰਮ ਪਾਇਆ ਕਿਉਂ? ਭਰਮ ਪਾਇਆ ਸੀ ਇਸ ਵਾਸਤੇ ਕਿ ਸਾਡੇ ਜਿਹੜੇ ਅੰਦਰ ਦੇ ਡਰ ਨੂੰ, ਹਰ ਮਨੁੱਖ ਜਿਹੜਾ ਵਾ ਜ਼ਿੰਦਗੀ ਦੇ ਵਿੱਚ ਦੋਵਾਂ ਵਿਚਾਰਾਂ ਦੇ ਵਿੱਚੋਂ ਨਿਕਲਦਾ ਹੈ, ਗਲਤੀਆਂ ਵੀ ਕਰਦਾ ਹੈ। ਸੁਭਾਵਕ ਹੈ ਜਿਸ ਸੰਸਾਰ 'ਚ ਅਸੀਂ ਰਹਿ ਰਹੇ ਹਾਂ, ਇਹ ਇੱਥੇ ਇਹ ਜਿਹੜੀ ਬ੍ਰਾਹਮਣੀ ਸੋਚ ਸੀ, ਪੰਡਤ ਵਾਲੀ ਸੋਚ ਸੀ ਜਿਹੜੀ, ਉਹ ਇਸ ਚੀਜ਼ ਦੇ ਉੱਤੇ ਜਿਹੜੀ ਲਾਗੂ ਸੀ ਵੀ ਹਰ ਮਨੁੱਖ ਗਲਤੀ ਤਾਂ ਕਰਦਾ ਹੈ। ਇਹੋ ਜਿਹਾ ਭਰਮ ਜਾਲ ਜਿਹੜਾ ਫੈਲਾਈਏ, ਡਰਿਆ ਤੇ ਹਰ ਮਨੁੱਖ ਹੈ, ਕਿਉਂਕਿ ਪਾਪ ਜਿਹੜਾ ਮਨੁੱਖ ਕਰਦਾ ਡਰਦਾ ਵੀ ਉਹ ਹੈ। ਸਤਿਗੁਰੂ ਬਾਣੀ ਕਹਿੰਦੀ ਆ ਵੀ ਜਿਹੜਾ ਵੀ ਮਨੁੱਖ ਪਾਪ ਕਰਦਾ ਡਰਦਾ ਵੀ ਉਹ ਹੈ। ਤੇ ਉਸ ਡਰ ਨੂੰ ਵਰਤ ਕੇ ਸ਼ੋਸ਼ਣ ਜਿਹੜਾ ਵਾ ਉਹਨਾਂ ਭੁੱਲੇ ਭਟਕੇ ਲੋਕਾਂ ਦਾ, ਭਰਮ ਦੇ ਸ਼ਿਕਾਰ ਲੋਕਾਂ ਦਾ ਜਿਹੜਾ ਵਾ ਉਹ ਵਿਪਰ ਬ੍ਰਾਹਮਣ ਕਰਦਾ। ਉਹ ਕਿਵੇਂ? ਉਹ ਸਤਿਗੁਰੂ ਦੀ ਬਾਣੀ ਜਿਹੜੀ ਆ ਇਸ ਗੱਲ ਦਾ ਜ਼ਿਕਰ ਕਰਦੀ ਹੈ ਕਿ ਸੋ ਡਰੇ ਜੋ ਪਾਪ ਕਮਾਉਂਦਾ। ਹੁਣ ਜਿਹੜਾ ਗਿਆਨੀ ਹੈ, ਜਿਹੜਾ ਗੁਰਮਤ ਦਾ, ਗੁਰੂ ਦੀ ਮੱਤ ਧਾਰਨ ਕਰਕੇ ਜੀਵਨ ਬਤੀਤ ਕਰ ਰਿਹਾ, ਉਹਨੂੰ ਤੇ ਡਰ ਹੀ ਕੋਈ ਨਹੀਂ ਹੈ। ਕਿਉਂਕਿ ਉਹਦੇ ਜੀਵਨ ਦੇ ਵਿੱਚ ਇਹ ਜਿਹੜੀ ਸੋਚ ਹੀ ਨਹੀਂ ਕਿ ਮੈਂ ਰਿਸ਼ਵਤ ਲਵਾਂ,
ਉਹਦੇ ਜੀਵਨ ਦੇ ਵਿੱਚ ਇਹ ਸੋਚ ਹੀ ਨਹੀਂ ਹੈ ਕਿ ਜੇ ਕੋਈ ਮੇਰੇ ਕੋਲ ਦੁਕਾਨ ਤੇ ਆਇਆ ਹੈ ਤੇ ਮੈਂ ਉਹਦੇ ਨਾਲ ਧੱਕਾਸ਼ਾਹੀ ਕਰਾਂ ਕਿ ਭਾਵ ਕਿ ਉਹਨੂੰ ਵੱਧ ਪੈਸੇ ਜਿਹੜੇ ਮੈਂ ਉਹਦੇ ਕੋਲ ਜਿਹੜਾ ਹੜੱਪਣ ਦੀ ਕੋਸ਼ਿਸ਼ ਕਰਾਂ। ਜਿਹੜਾ ਗੁਰੂ ਦੀ ਮੱਤ ਦਾ ਧਾਰਨੀ ਆ ਉਹਦੇ ਜੀਵਨ ਦੀ ਵਿਚਾਰ ਹੀ ਵੱਖਰੀ। ਇਸੇ ਤਰ੍ਹਾਂ ਡਰਦਾ ਜਿਹੜਾ ਮਨੁੱਖ ਡਰਦਾ ਹੈ ਉਹ ਪਾਪ ਕਰਦਾ ਹੈ। ਯਾਦ ਰੱਖੋ, ਪਾਪ ਗਲਤੀ ਕਿਤੇ ਵੀ ਕੋਈ ਮਨੁੱਖ ਖਲੋਤਾ ਹੋਵੇ ਨਾ ਤੇ ਗੱਲ ਚੱਲ ਰਹੀ ਹੋਵੇ ਕਿ ਕੋਈ ਵੀ ਗੱਲ ਚੱਲ ਰਹੀ ਹੋਵੇ ਤੇ ਮਨੁੱਖ ਦੇ ਕੰਨ ਖੜੇ ਹੋ ਜਾਂਦੇ ਜਿਹਨੇ ਗਲਤੀ ਕੀਤੀ ਹੋਵੇ ਕਿ ਮੇਰੀ ਗੱਲ ਤੇ ਨਹੀਂ ਚੱਲ ਰਹੀ, ਡਰਿਆ ਘਬਰਾਇਆ ਹੋਇਆ ਹੈ। ਤੇ ਹੁਣ ਇਸੇ ਚੀਜ਼ ਨੂੰ ਜਿਹੜਾ ਵਰਤ ਕੇ ਵੀ ਹਰ ਸਾਲ ਜਾਣਾ, ਉੱਥੇ ਜਾ ਕੇ ਇਸ਼ਨਾਨ ਕਰਨਾ, ਵਿਸ਼ੇਸ਼ ਦਿਨ ਵੀ ਚੁਣ ਲਏ ਕਈ, ਕੋਈ ਮੱਸਿਆ ਨਹਾ ਰਿਹਾ ਹੈ, ਕੋਈ ਸੰਗਰਾਂਦ ਨਹਾ ਰਿਹਾ ਹੈ, ਕੋਈ ਕੁਛ ਕਰ ਰਿਹਾ। ਹੁਣ ਇੱਕ ਚੀਜ਼ ਹੋਰ ਹੈ ਇਹਦੇ 'ਚ ਵੀ ਅਸੀਂ ਲੋਕ ਜਿਹੜੇ ਆ ਜਿਸ ਸੰਸਾਰ 'ਚ ਰਹਿੰਦੇ ਆ ਹਰ ਚੀਜ਼ ਹਰ ਸ਼ੈ ਨੂੰ ਸੌਖੇ ਢੰਗ ਤਰੀਕੇ ਨਾਲ ਜਿਹੜਾ ਅਪਣਾਉਣਾ ਚਾਹੁੰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਕੋਈ, ਹੁਣ ਅਸੀਂ ਗੁਰਮਤਿ ਦੀ ਗੱਲ ਕਰੀਏ, ਗੁਰਮਤਿ ਨੂੰ ਸਮਝਣ ਵਾਸਤੇ ਸਮੇਂ ਦੀ ਲੋੜ ਹੈ, ਗੁਰੂ ਦੀ ਮੱਤ ਨੂੰ ਸਮਝਣ ਵਾਸਤੇ ਆਪਣੇ ਸਮੇਂ ਦੀ ਜ਼ਰੂਰਤ ਹੈ। ਤੇ ਉਹਦੇ ਵਾਸਤੇ ਸਾਨੂੰ ਸਵੇਰੇ ਇਹ ਹਦਾਇਤ ਕੀਤੀ ਹੈ ਕਿ ਅੰਮ੍ਰਿਤ ਵੇਲੇ ਉੱਠ ਜਿਹੜਾ ਵਾ ਗੁਰਬਾਣੀ ਦਾ ਜਾਪ ਕਰ, ਪੜ੍ਹ, ਉਹਦੇ ਵਿੱਚੋਂ ਜੀਵਨ ਦੀ ਵਿਚਾਰ ਨੂੰ ਲੈ, ਗੁਰੂ ਦੀ ਮੱਤ ਜਿਹੜੀ ਸਮਝ। ਹੁਣ ਇਹਦੇ ਵਾਸਤੇ ਸਾਨੂੰ ਕਰਨਾ ਕੀ ਚਾਹੀਦਾ ਕਿ ਸਾਨੂੰ ਪਹਿਲਾਂ ਤਾਂ ਹਦਾਇਤ ਹੁੰਦੀ ਹੈ ਵੀ ਪੰਜਾਬੀ ਦੀ ਭਾਸ਼ਾ ਜਿਹੜੀ ਹੋਣੀ ਚਾਹੀਦੀ, ਉਹ ਕਲਾਸਾਂ ਜਿਹੜੀਆਂ ਵਾ ਸਾਨੂੰ ਲਵਾਉਣੀਆਂ ਪੈਂਦੀਆਂ। ਉਸ ਤੋਂ ਬਾਅਦ ਸਾਨੂੰ ਗੁਰਬਾਣੀ ਦੀ ਸੰਥਿਆ ਜਿਹੜਾ ਵਾ ਉਹ ਲੈਣੀ ਪੈਂਦੀ। ਉਸ ਤੋਂ ਬਾਅਦ ਸਾਨੂੰ ਗੁਰਬਾਣੀ ਸਮਝਣ ਵਾਸਤੇ ਸਮੇਂ ਦੀ ਜ਼ਰੂਰਤ ਹੈ। ਹੁਣ ਇਹ ਚੀਜ਼ ਕਰਨ ਦੀ ਜਿਹੜੀ ਪ੍ਰਤੀ ਕਿਸੇ ਦਾ ਝੁਕਾਅ ਨਹੀਂ ਹੈ। ਅਸੀਂ ਸੌਖੇ ਢੰਗ ਨਾਲ ਹਰ ਚੀਜ਼ ਪ੍ਰਾਪਤ ਕਰਨਾ ਚਾਹੁੰਦੇ। ਉਹਨਾਂ ਨੇ ਵੀ ਫਿਰ ਇਸੇ ਚੀਜ਼ ਨੂੰ ਵੇਖਿਆ ਤੇ ਉਹਨਾਂ ਨੇ ਆਖਿਆ ਵੀ ਜੇ ਤੂੰ ਸੌਖਾ ਚਾਹੁੰਦਾ ਹੈ ਤੇ ਆ ਫਿਰ ਇੱਥੇ ਵਿੱਚੋਂ ਲੰਘ ਤੇ ਇਹਦੇ ਵਿੱਚੋਂ ਦੀ ਚੁੱਭੀਆਂ ਮਾਰ ਤੇ ਤੇਰੇ ਦੁੱਖ ਜਿਹੜੇ ਦੂਰ ਹੋ ਜਾਣ। ਤੇ ਬਾਬੇ ਕਬੀਰ ਨੇ ਤਾਂ ਸਿੱਧੀ ਜੀ ਸਪਸ਼ਟ ਜੀ ਗੱਲ ਕੀਤੀ ਵੀ ਜਲ ਕੇ ਮਜਣ ਜੇਗਾ ਧੋਏ ਨਿਤ ਨਿਤ ਮੇਂਢਕ ਨਹਾਏ। ਠੀਕ ਹੈ, ਸਪਸ਼ਟ ਜੀ ਗੱਲ ਕੀਤੀ ਵੀ ਜਿੰਨੇ ਜੀਵ ਜਿਹੜੇ ਆ ਜਲ ਵਿੱਚ ਆ, ਤੇ ਉਦਾਹਰਨ ਜਿਹੜੀ ਆ ਮੇਂਢਕ ਦੀ ਡੱਡੂ ਦੀ ਦੇ ਦਿੱਤੀ ਵੀ ਡੱਡੂ ਤਾਂ ਰਹਿੰਦਾ ਹੀ ਜਿਹੜਾ ਪਾਣੀ 'ਚ, ਤੇ ਜੇ ਉਹ ਇਸ਼ਨਾਨ ਕਰ ਰਿਹਾ ਹੈ, ਜੇ ਉਹ ਡੱਡੂ ਰਹਿੰਦਾ ਹੀ ਪਾਣੀ 'ਚ ਹੈ, ਚੁੱਭੀਆਂ ਡੱਡੂ ਵੀ ਮਾਰ ਰਿਹਾ, ਚੁੱਭੀਆਂ ਤੂੰ ਵੀ ਮਾਰਨ ਵਾਸਤੇ ਜਾ ਰਿਹਾ। ਜਲ ਕੇ ਮਜਣ ਜੇਗਾ ਧੋਏ ਨਿਤ ਨਿਤ ਮੇਂਢਕ ਨਹਾਵੇ, ਜੈਸੇ ਮੇਂਢਕ ਤੈਸੇ ਹੋਏ ਨਰ ਫਿਰ ਜੋਨੀ। ਬਿਲਕੁਲ ਬਿਲਕੁਲ ਸਪਸ਼ਟ ਜਿਹੜੀ ਆ ਗੱਲ ਕਰ ਦਿੱਤੀ ਕਿ ਆਪਣੇ ਜੀਵਨ ਨੂੰ ਸਮਝ, ਜੀਵਨ ਮਾਰਗ ਦੀ ਪ੍ਰਾਪਤੀ ਵਾਸਤੇ ਤੁਰ। 68 ਤੀਰਥ ਜੇ ਨਹਾਵੇ ਉਤਰੇ ਨਾ ਹੀ ਮੈਲ। ਭਾਵੇਂ ਤੂੰ 68 ਤੀਰਥਾਂ ਤੇ ਯਾਤਰਾ ਕਰ, ਦਰਸ਼ਨ ਕਰ। ਹਾਂ, ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਨ ਨੂੰ ਰਹਿਤ ਮਰਿਆਦਾ ਵੀ ਤਕੀਦ ਕਰਦੀ ਕਿ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਨੇ ਸਾਡੇ ਵਾਸਤੇ ਲਾਭਦਾਇਕ ਹੈ। ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਕੇ ਉਹਨਾਂ ਦੇ ਇਤਿਹਾਸ ਨਾਲ ਜੁੜਨਾ, ਉੱਥੇ ਪਹੁੰਚ ਕੇ ਸਤ ਸੰਗਤ ਨਾਲ ਜੁੜਨਾ, ਗੁਰ ਸ਼ਬਦ ਵਿੱਚ ਲਿਵਲੀਨ ਹੋਣਾ, ਇਹ ਸਾਨੂੰ ਗੁਰਬਾਣੀ ਬਾਰ-ਬਾਰ ਹਦਾਇਤ ਕਰਦੀ। ਪਰ ਜਿਹੜਾ ਮੁੱਖ ਵਿਸ਼ਾ ਹੈ ਵੀ ਬਾਹਰੀ ਤੌਰ ਤੇ ਜਿਹੜੀ ਸਿੱਖੀ ਆ ਉਹ ਤੀਰਥਾਂ ਬਾਰੇ ਕੀ ਕਹਿ ਰਹੀ, ਤੇ ਬਾਹਰੀ ਤੌਰ ਤੇ ਮਹਾਰਾਜ ਦੀ ਸਿੱਖੀ ਜਿਹੜੀ ਆ ਸਾਨੂੰ ਜਿਹੜੇ ਭਰਮ ਜਾਲ ਰੂਪ ਵਿੱਚ ਸਾਨੂੰ ਤੀਰਥ ਮਿਲੇ ਆ, ਉਸ ਭਰਮ ਤੇ ਜਾਲ ਰੂਪ ਵਿਚਾਰਧਾਰਾ ਨੂੰ ਗੁਰਮਤਿ ਬਿਲਕੁਲ ਕੱਟਦੀ, ਬਿਲਕੁਲ ਸਾਨੂੰ ਸਪਸ਼ਟ ਇੱਕ ਨਵਾਂ ਜੀਵਨ ਦੇ ਰਹੀ ਆ ਵੀ ਜੇ ਤੂੰ ਪਾਣੀ ਨਾਲ ਨਹਾ ਕੇ ਪਵਿੱਤਰ ਮੰਨਣਾ ਚਾਹੁੰਦਾ ਹੈ ਤੇ ਫਿਰ ਤੇ ਡੱਡੂ ਵੀ ਜਿਹੜਾ ਨਹਾ ਕੇ ਚੁੱਭੀਆਂ ਮਾਰ ਕੇ ਜਿਹੜਾ ਵਾ ਜੀਵਨ ਹੰਢਾ ਰਿਹਾ ਹੈ। ਤੇ ਇਸ ਕਰਕੇ ਜੇ ਮੁਕਤੀ ਉਹਨੂੰ ਮਿਲਦੀ ਤੇ ਉਹਨੇ ਹੁਣ ਨੂੰ ਮੁਕਤ ਹੋ ਜਾਣਾ ਸੀ। ਇਹੋ ਜਿਹੀ ਮੁਕਤੀ ਤੋਂ ਕੀ ਲੈਣਾ ਕਿ ਜਿਹੜੀ ਮੁਕਤੀ ਮਨੁੱਖ ਦੀ ਇਹ ਇਸ ਇੱਛਾ ਵਿੱਚੋਂ ਜਾਗ ਰਹੀ ਆ ਕਿ ਮੇਰੇ ਪਾਪ ਖਤਮ ਹੋ ਜਾਣ ਤੇ ਮੈਂ ਅੱਗੇ ਫੇਰ ਜਿਹੜਾ ਕਰਾਂ। ਸਤਿਗੁਰੂ ਮਹਾਰਾਜ ਨੇ ਇਸ ਗੱਲ ਦਾ ਜ਼ਿਕਰ ਕੀਤਾ ਸਪਸ਼ਟ, ਕਹਿੰਦੇ ਵੀ ਤੀਰਥ ਤੇ ਨਹਾਉਣ ਵਾਸਤੇ ਜਾਂਦਾ ਹੈ ਮਨੁੱਖ, ਤੀਰਥ ਤੇ ਜਾ ਕੇ ਚੁੱਭੀ ਮਾਰੀ, ਇਸ਼ਨਾਨ ਕੀਤਾ ਤੇ ਇਹ ਸਮਝ ਲਿਆ, ਇਹ ਮਨਸਾ ਧਾਰ ਲਈ ਕਿ ਹੁਣ ਮੇਰੇ ਪਾਪ ਜਿਹੜੇ ਪਿਛਲੇ ਕੀਤੇ ਗੁਨਾਹ ਸਾਰੇ ਖਤਮ ਹੋ। ਫਿਰ ਅੱਗੇ ਕੀ ਕਰਦਾ ਹੈ, ਫਿਰ ਅੱਗੇ ਤੁਰ ਪੈਂਦਾ, ਫਿਰ ਅੱਗੇ ਜੀਵਨ ਦੇ ਵਿੱਚ ਉਹੀ ਕੁਝ, ਉਹੀ ਮੱਤ ਤੇ ਉਹੀ ਰਹੀ, ਭਾਵੇਂ ਉੱਥੇ ਇਸ਼ਨਾਨ ਵੀ ਕਰ ਰਿਹਾ ਹੈ। ਇਸੇ ਕਰਕੇ ਭਗਤ ਕਬੀਰ ਸਾਹਿਬ ਨੇ ਕਿਹਾ ਹੈ, ਕਿਹਾ ਵੀ ਤੀਰਥ ਜੇ ਤੇ ਨਹਾ ਕੇ ਤੂੰ ਕਵੇਂ ਕਿ ਵੀ ਮੈਂ ਇਸ਼ਨਾਨ ਕਰਕੇ ਪਵਿੱਤਰ ਹੋ ਜਾਂਦਾ ਵਾ, ਫਿਰ ਬੜੇ ਤੀਰਥ ਨਹਾਉਂਦਾ ਰਹਿ। ਸਪਸ਼ਟ ਕਿਹਾ ਹੈ। ਫਿਰ ਜੇ ਤੂੰ ਇਸ ਭਰਮ ਦਾ ਜਾਲ ਵਿੱਚ ਪਿਆ ਰਹਿਣਾ ਤੇ ਫਿਰ ਪਿਆਰ ਹੈ। ਕਿਹਾ ਵੀ ਜੇ ਤੂੰ ਸੱਚ ਦਾ ਧਾਰ ਨਹੀਂ ਹੋਣਾ ਹੈ ਨਾ, ਤੇ ਸੱਚ ਦੇ ਧਾਰ ਨਹੀਂ ਹੋਣ ਵਾਸਤੇ ਤੈਨੂੰ ਆਪਣੇ ਜੀਵਨ ਵਿੱਚ ਉਸ ਨਿਰੰਕਾਰ ਦੇ ਗੁਣਾਂ ਨਾਲ ਜੁੜਨਾ ਪਵੇਗਾ। ਸਤਿਗੁਰ ਕਹਿੰਦੇ ਵੀ ਅੰਦਰ ਮੈਲ ਹੈ, ਤੀਰਥ ਨਹਾਉਣ ਨਾਲ ਕੀ ਹੋਣਾ ਹੈ, ਅੰਤਰ ਮੈਲ ਜੇ ਤੀਰਥ ਨਹਾਵੇ। ਸਪਸ਼ਟ ਹੀ ਗੱਲ ਹੈ। ਕਹਿੰਦੇ ਵੀ ਇਸ ਜੀਵਨ ਦੀ ਜਿਹੜੀ ਵਿਚਾਰ ਹੈ ਉਸ ਨੂੰ ਕੀ ਸਮਝਣਾ ਹੈ ਕਿ ਜੇ ਤੂੰ ਸਮਝੇ ਕਿ ਤੀਰਥ ਤੇ ਨਹਾ ਕੇ ਮੈਂ ਸਵਰਗ 'ਚ ਪਹੁੰਚ ਗਿਆ, ਵੈਕੁੰਠ 'ਚ ਪਹੁੰਚ ਗਿਆ, ਤੇ ਬਿਲਕੁਲ ਕਹਿੰਦੇ ਵੀ ਇਹ ਭਰਮ ਦਾ ਇੱਕ ਜਿਹੜਾ ਵਾ ਜਾਲ, ਅੰਤਰ ਮੈਲ ਜੇ ਤੀਰਥ ਨਹਾਵੇ ਸੇ ਵੈਕੁੰਠ। ਬਿਲਕੁਲ ਕਿ ਵੀ ਉਸ ਜੇ ਤੂੰ ਇਹ ਸੋਚ ਇਹ ਭਰਮ ਪਾਲ ਲਿਆ, ਇਹ ਸਿਰਫ ਤੇ ਸਿਰਫ ਇੱਕ ਭਰਮ ਹੈ ਤੇ ਭਰਮ ਰੂਪੀ ਜਾਲ ਰਾਹੀਂ ਗੁਰਮਤਿ ਇਸ ਨੂੰ ਬਿਲਕੁਲ ਭਰਮ ਕਹਿੰਦੀ ਆ ਕਿ ਭਰਮ ਰੂਪੀ ਜਾਲ ਰਾਹੀਂ ਭੋਲੇ ਭਾਲੇ ਲੋਕਾਂ ਨੂੰ ਲੁੱਟਿਆ ਜਾ ਰਿਹਾ।
ਸਿੱਖੀ ਬਾਹਰੀ ਤੀਰਥਾਂ ਬਾਰੇ ਸਪਸ਼ਟ ਕਰਦੀ ਆ ਕਿ ਬਾਹਰੀ ਤੀਰਥ ਜਿਹੜੇ ਆ ਉਹਨਾਂ ਦੇ ਉੱਪਰ ਫੈਲਾਏ ਹੋਏ ਭਰਮ ਰੂਪੀ ਜਾਲ ਨੇ ਤੈਨੂੰ ਕਦੀ ਵੀ ਜੀਵਨ ਦੇ ਸਹੀ ਮਾਰਗ ਦਾ ਉਦੇਸ਼ ਨਹੀਂ ਦੇਣਾ। ਜੇ ਸਹੀ ਮਾਰਗ ਦਾ ਉਦੇਸ਼ ਲੈਣਾ ਹੈ ਤੇ ਸੱਚੇ ਤੀਰਥ ਵਾਲੇ ਪਾਸੇ। ਸੋ ਇਸ ਕਰਕੇ ਅੱਛਾ ਜੀ, ਤੁਸੀਂ ਗੱਲ ਗੁਰਦੁਆਰਿਆਂ ਦੀ ਕੀਤੀ ਹੈ, ਸਵਾਲ ਨਾਲ ਗੁਰਦੁਆਰਿਆਂ ਨਾਲ ਸੰਬੰਧਿਤ ਹੈ ਕਿ ਜਿੱਦਾਂ ਆਪਾਂ ਦੇਖਦੇ ਹਾਂ ਕਿ ਹਿੰਦੂ ਮਤ ਅਨੁਸਾਰ 68 ਤੀਰਥ ਉਹਨਾਂ ਨੂੰ ਮੁਬਾਰਕ ਉਹ ਜਾਂਦੇ ਲੋਕ। ਪਰ ਜੇ ਅਸੀਂ ਸਿੱਖ ਮਤ ਦੀ ਗੱਲ ਕਰੀਏ, ਸਿੱਖ ਮਤ ਅਨੁਸਾਰ ਜਦੋਂ ਅਸੀਂ ਇਤਿਹਾਸਕ ਗੁਰਦੁਆਰਿਆਂ ਦੀ ਗੱਲ ਕਰਦੇ, ਉੱਥੇ ਬਣੇ ਹੋਏ ਸਰੋਵਰ ਆ ਬੋਲੀਅਮ, ਉੱਥੇ ਵੀ ਲੋਕ ਜਾ ਕੇ ਇਸ਼ਨਾਨ ਕਰਦੇ। ਇਹਨਾਂ ਵਿੱਚ ਕੀ ਫਰਕ ਸੀ, ਇਹਨਾਂ ਦਾ ਪਿਛੋਕੜ ਕੀ ਸੀ? ਜਿਹੜੀਆਂ ਗੁਰਮਤ ਅਨੁਸਾਰ ਤੇ ਅਸੀਂ ਮੰਨ ਲਿਆ ਵੀ ਤੀਰਥਾਂ ਤੇ ਜਾਣਾ ਵਿਰਥ ਹੈ, ਜ਼ਿੰਦਗੀ ਦਾ ਸਮਾਂ ਬਰਬਾਦ ਕਰਨ ਦੇ ਪ੍ਰਥਾਏ, ਹੋਰ ਇਸ ਤੋਂ ਵੱਧ ਕੇ ਕੁਛ ਨਹੀਂ। ਪਰ ਜਦੋਂ ਅਸੀਂ ਇਤਿਹਾਸਕ ਗੁਰਦੁਆਰਿਆਂ ਤੇ ਬਣੇ ਹੋਏ ਸਰੋਵਰ ਬੋਲੀਆਂ ਦੀ ਗੱਲ ਕਰਦੇ ਹਾਂ, ਇਹਨਾਂ ਵਿੱਚ ਤੇ 68 ਤੀਰਥਾਂ ਵਿੱਚ ਅੰਤਰ ਕੀ ਸੀ, ਕੀ ਫਰਕ ਸੀ? ਬਿਲਕੁਲ ਬਹੁਤ ਵਧੀਆ ਸਵਾਲ ਹੈ ਤੇ ਅੱਜ ਲੋੜ ਵੀ ਹੈ ਇਸ ਸਵਾਲ ਦੀ। ਜਿਵੇਂ ਅਸੀਂ ਦੂਸਰੇ ਧਰਮ ਦੇ ਤੀਰਥਾਂ ਦੇ ਪਿਛੋਕੜ ਨੂੰ ਜਾਣਿਆ ਕਿ ਉਹਦਾ ਮੁੱਖ ਮਕਸਦ ਕੀ ਸੀ ਜੀ, ਅਸੀਂ ਉਸ ਦਾ ਮਤਲਬ ਸਮਝਿਆ ਹੈ ਕਿ ਅਸਲ ਉਦੇਸ਼ ਕੀ ਸੀ ਤੇ ਬਣਾ ਕੇ ਜਿਹੜਾ ਵਾ ਪ੍ਰਸਿੱਧ ਕੀ ਕਰਤਾ। ਅਸਲ ਉਦੇਸ਼ ਉੱਥੇ ਜਿਹੜਾ ਤੀਰਥਾਂ ਦਾ ਸੀ, ਪਾਣੀ ਦੀ ਵਰਤੋਂ ਸਾਡੇ ਪ੍ਰਾਚੀਨ ਬਜ਼ੁਰਗਾਂ ਦਾ ਇਹ ਮੁੱਖ ਮੰਤਵ ਸੀ ਤੇ ਉਹ ਜਿਹੜੀਆਂ ਜਗ੍ਹਾਵਾਂ ਦੇ ਉੱਤੇ ਜਿਹੜੇ ਰਹਿ ਕੇ ਉਹ ਆਪਣੇ ਜੀਵਨ ਬਸਰ ਕਰਦੇ ਸਨ ਤੇ ਆਪਣੇ ਜੀਵਨ ਨੂੰ ਹੰਢਾਉਂਦੇ ਸਨ ਤੇ ਪਾਣੀ ਦੀ ਵਰਤੋਂ ਜਿਹੜੀ ਉੱਥੇ ਕਰਦੇ ਸਨ, ਉੱਥੇ ਹੀ ਨਹਾ ਕੇ ਕੱਪੜੇ ਧੋ ਕੇ ਸਭ ਕੁਝ ਜਿਹੜਾ ਵਾ ਆਪਣੇ ਜੀਵਨ ਵਿੱਚ ਜੋ ਵੀ ਪਾਣੀ ਦੀ ਵਰਤੋਂ ਸੀ ਉਸ ਨੂੰ ਨਿਭਾਉਂਦੇ ਸੀ। ਬਿਲਕੁਲ ਇਸੇ ਤਰ੍ਹਾਂ ਜਦੋਂ ਗੁਰੂ ਸਾਹਿਬਾਨਾਂ ਨੇ ਸ਼ਹਿਰ ਵਸਾਏ ਨਾ, ਸ਼ਹਿਰ ਦੇ ਵਿੱਚ ਪਾਣੀ ਦੀ ਮੁੱਖ ਲੋੜ ਹੈ। ਕੋਈ ਵੀ ਸ਼ਹਿਰ, ਕੋਈ ਵੀ ਨਗਰ ਵਸਦਾ ਤੇ ਮੁੱਖ ਲੋੜ ਪਾਣੀ ਹੈ। ਹੁਣ ਗੁਰਮਤ ਨੇ ਸਰੋਵਰ ਜਦੋਂ ਬਣਾਏ, ਗੁਰੂ ਸਾਹਿਬ ਜੀ ਨੇ ਜਦੋਂ ਸਰੋਵਰਾਂ ਦੀ ਉਸਾਰੀ ਕਰਾਈ, ਇਹ ਸੰਕਲਪ ਗੁਰਮਤ ਦੇ ਰਾਹੀਂ ਲੈ ਕੇ ਆਂਦਾ ਤੇ ਉਹਦੇ ਵਿੱਚ ਜਿੰਨੇ ਕੁ ਸਮਝ ਲੱਗਦੀ ਹੈ, ਜਿੰਨੀ ਪ੍ਰਚਾਰੀ ਜਾਂਦੀ ਆ ਵੀ 4 ਮੁੱਖ ਉਦੇਸ਼ ਹਨ। ਪਹਿਲਾ ਉਦੇਸ਼ ਕਿ ਪਾਣੀ ਦੀ ਜਿਹੜੀ ਦਿੱਕਤ ਹੈ ਇਸ ਨੂੰ ਦੂਰ ਕੀਤਾ ਜਾਏ। ਕੋਈ ਵੀ ਲੋੜਵੰਦ ਹੈ ਪਾਣੀ ਦੀ ਵਰਤੋਂ ਜਿਹੜਾ ਕਰੇ, ਕਿਉਂਕਿ ਜਦੋਂ ਗੁਰੂ ਸਾਹਿਬਾਨ ਸ਼ਹਿਰ ਵਸਾਉਂਦੇ, ਨਗਰ ਵਸਾਉਂਦੇ ਤੇ ਉਸ ਵਕਤ ਜਿੱਥੇ ਵੀ ਸਤਿਗੁਰੂ ਮਹਾਰਾਜ ਨੇ ਨਗਰ ਵਸਾਏ ਉੱਥੇ ਸਰੋਵਰਾਂ ਦਾ ਉਸਾਰੀ ਨਾਲ, ਬੌਲੀਆਂ ਦੀ ਉਸਾਰੀ ਨਾਲ, ਖੂਹਾਂ ਦੀ ਉਸਾਰੀ ਜਿਹੜੀ ਆ ਕਰਵਾਈ। ਹੁਣ ਜਿਸ ਵਕਤ ਅਸੀਂ ਪੜ੍ਹਦੇ ਹਾਂ ਸਰੋਵਰਾਂ ਦੇ ਬਾਬਤ, ਪਹਿਲੀ ਗੱਲ ਤਾਂ ਇਹ ਕਿ ਪਾਣੀ ਦੀ ਦਿੱਕਤ ਨੂੰ ਦੂਰ ਕਰਨਾ। ਦੂਜੀ ਗੱਲ, ਲੰਗਰ, ਜਿਵੇਂ ਅਸੀਂ ਕਹਿੰਦੇ ਨਾ ਕਿ ਲੰਗਰ ਚੱਲਦਾ, ਲੰਗਰ ਤੇ ਪਹਿਲਾਂ ਵੀ ਚੱਲਦਾ ਸੀ। ਗੁਰੂ ਨਾਨਕ ਪਾਤਸ਼ਾਹ ਨੇ ਐਸਾ ਕੀ ਲੰਗਰ ਦੇ ਵਿੱਚ ਜਿਹੜਾ ਵਾ ਬਣਾਇਆ। ਲੰਗਰ ਜਦੋਂ ਗੁਰੂ ਨਾਨਕ ਸਾਹਿਬ ਭਾਈ ਲਾਲੋ ਕੋਲ ਜਾਂਦੇ ਹਨ ਤੇ ਉੱਥੇ ਮਲਕ ਭਾਗੋ ਉਹ ਬ੍ਰਹਮ ਭੋਜ ਵਾਸਤੇ ਗੁਰੂ ਸਾਹਿਬ ਨੂੰ ਆਪ ਜੀ ਨੂੰ ਪਤਾ ਇਹਦਾ ਮਤਲਬ ਵੀ ਲੰਗਰ ਤੇ ਪਹਿਲਾਂ ਵੀ ਚੱਲਦਾ ਸੀ। ਪਰ ਕੀ ਕਾਰਨ ਕਿ ਗੁਰੂ ਨੇ ਜਿਹੜਾ ਲੰਗਰ ਬਣਾਇਆ, ਇੱਕ ਪੰਗਤ ਵਿੱਚ ਬੈਠ ਕੇ, ਭਾਵੇਂ ਕੋਈ ਵੱਡੇ ਤੋਂ ਵੱਡਾ ਬਾਦਸ਼ਾਹ ਹੈ, ਚਾਹੇ ਕੰਗਾਲ ਹੈ, ਵੱਡੇ ਤੋਂ ਵੱਡਾ ਕੋਈ ਮਨੁੱਖ ਧਨਵਾਨ ਹੈ, ਕੋਈ ਨਿਰਧਨ ਹੈ, ਭਾਵੇਂ ਕਿਸੇ ਕੋਲ ਕੋਈ ਅਮੀਰ ਹੈ, ਭਾਵੇਂ ਕੋਈ ਫਕੀਰ ਹੈ, ਕੋਈ ਕਿਸੇ ਵੀ ਤਰ੍ਹਾਂ ਦਾ ਹੋਵੇ, ਕਿਸੇ ਵੀ ਤਰ੍ਹਾਂ ਦੇ ਕੱਪੜੇ ਪਾਏ ਹੋਣ, ਉਸ ਨੂੰ ਗੁਰੂ ਘਰ ਦੇ ਵਿੱਚ ਬੈਠ ਕੇ, ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਣ ਦੀ ਕੋਈ ਵੀ ਮਨਾਹੀ ਨਹੀਂ ਕਰ ਸਕਦਾ। ਉੱਥੇ ਲੰਗਰ ਇੱਕ ਪੰਗਤ ਵਿੱਚ ਬੈਠ ਕੇ, ਇੱਕ ਬਾਦਸ਼ਾਹ ਦੇ ਨਾਲ ਇੱਕ ਕੰਗਾਲ ਬੰਦਾ ਵੀ ਬੈਠ ਕੇ ਜਿਹੜਾ ਲੰਗਰ ਛਕ ਸਕਦਾ। ਜਾਤ ਪਾਤ ਦੇ ਤੌਰ ਤੇ ਵੀ ਇੱਕ ਉੱਚੀ ਜਾਤ ਵਾਲਾ ਵੀ ਉੱਥੇ ਬੈਠ ਕੇ ਲੰਗਰ ਛਕੇ ਤੇ ਇੱਕ ਨੀਵੀਂ ਜਾਤ ਦੇ ਬਰਾਬਰ। ਕਿਉਂਕਿ ਸਭ ਤੋਂ ਵੱਡੀ ਗੱਲ ਸੀ ਕਿ ਜਿਹੜੇ ਲੋਕ, ਅਸੀਂ ਵੇਖੀਏ ਧਿਆਨ ਦੇ ਕੇ, ਜਿਹੜੇ ਲੋਕ ਉੱਚ ਜਾਤੀ ਦੇ ਨਾ, ਇਹਨਾਂ ਨੇ ਹਰ ਚੀਜ਼ ਨੂੰ ਆਪਣੇ ਮੁਤਾਬਕ ਜਿਹੜਾ ਢਾਲਿਆ ਹੋਇਆ ਸੀ, ਆਪਣੀ ਵਰਤੋਂ ਕਰਕੇ ਜਿਹੜਾ ਇਸ ਦੀ ਵਰਤੋਂ ਕੀਤੀ ਜਾਂਦੀ ਸੀ। ਦੂਸਰਾ ਜਿਹੜਾ ਦੂਜੀ ਜਾਤ ਦਾ ਹੈ, ਜਿਹਨੂੰ ਦੂਸਰੀ ਜਾਤ ਦਾ ਕਹਿ ਕੇ ਪ੍ਰਚਾਰਿਆ, ਨੀਵਾਂ ਕਹਿ ਕੇ ਪ੍ਰਚਾਰਿਆ। ਤੇ ਗੁਰਮਤ ਨੇ ਜਿੱਥੇ ਦਿਮਾਗੀ ਤੌਰ ਤੇ ਸੁਰਤੀ ਦੇ ਮਾਰਗ ਰਾਹੀਂ ਇਸ ਚੀਜ਼ ਨੂੰ ਏਕਤਾ ਵਿੱਚ ਪਰਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਪ੍ਰਚਾਰ ਵੀ ਕੀਤਾ, ਉੱਥੇ ਨਾਲ ਦੀ ਨਾਲ ਗੁਰਮਤ ਸਾਨੂੰ ਇਹ ਬਾਹਰੀ ਤੌਰ ਤੇ ਵੀ ਜਿਹੜੀਆਂ ਜਾਤਾਂ ਪਾਤਾਂ ਦੇ ਨਾਂ ਤੇ ਜਿਹੜੀ ਨਫ਼ਰਤ ਹੈ, ਇਸ ਨੂੰ ਖਤਮ ਕਰਨ ਦੇ ਵਾਸਤੇ ਜਿੱਥੇ ਪ੍ਰੈਕਟੀਕਲ ਰੂਪ ਵਿੱਚ ਲੰਗਰ ਦੀ ਜਿਹੜੀ ਮਹਾਨਤਾ ਹੈ, ਇਸੇ ਤਰ੍ਹਾਂ ਸਰੋਵਰਾਂ ਦੀ ਮਹਾਨਤਾ ਹੈ ਵੀ ਜਿਹੜਾ ਵੀ ਕੋਈ ਆਵੇ, ਹਰ ਕੋਈ ਬਰਾਬਰ ਦਾ ਵਰਗ ਦਾ ਆ ਕੇ ਇਸ ਸਰੋਵਰ 'ਚ ਇਸ਼ਨਾਨ ਕਰੇਗਾ ਕਿ ਉਹ ਤਾਦੀ ਗੁਰੂ ਦੇ ਗੁਰਦੁਆਰੇ ਦੇ ਗੁਰੂ ਦੇ ਦਰਸ਼ਨ ਕਰ ਸਕਦਾ ਹੈ। ਗੁਰੂ ਦੇ ਦਰਸ਼ਨ ਤਾਦੀ ਕਰ ਸਕਦਾ ਹੈ ਜਿਹੜਾ ਲੰਗਰ ਪੰਗਤ ਵਿੱਚ ਬੈਠ ਕੇ ਛਕੇਗਾ, ਉਹ ਗੁਰੂ ਦੇ ਦਰਸ਼ਨ ਕਰ ਸਕੇ। ਇਸੇ ਕਰਕੇ ਕਿਹਾ ਪਹਿਲਾ ਪੰਗਤ ਪਾਤਸ਼ਾਹ ਹੈ, ਸੰਗਤ। ਦੂਸਰੀ ਗੱਲ, ਜਿਹੜੀ ਗੱਲ ਅਸੀਂ ਪੜ੍ਹਦੇ ਹਾਂ ਵੀ ਤੀਰ ਜਿਹੜਾ ਸਰੋਵਰ ਹੈ, ਸਰੋਵਰ 'ਚ ਇਸ਼ਨਾਨ ਕਰਕੇ ਤੇ ਗੁਰੂ ਦੀ ਸੰਗਤ ਵਿੱਚ ਬੈਠਣਾ ਤੇ ਗੁਰੂ ਦੀ ਸੰਗਤ ਵਿੱਚ ਬੈਠ ਕੇ
जिन्हें भी बैठना ਹੁਣ ਦੂਰੋਂ ਨੇੜੋਂ ਸੰਗਤ ਆਉਂਦੀ ਸੀ। ਪੁਰਾਤਨ ਸਮੇਂ ਇੰਨੇ ਸੁੱਖ ਸਾਧਨ ਨਹੀਂ ਸਨ ਕਿ ਗੱਡੀ ਦੇ ਵਿੱਚ ਬੈਠੇ ਏਸੀ ਵਾਲੇ ਕਮਰੇ 'ਚ ਬੈਠੇ, ਕਮਰੇ ਏਸੀ ਵਾਲੇ ਕਮਰੇ 'ਚੋਂ ਨਿਕਲੇ, ਏਸੀ ਵਾਲੇ ਗੱਡੀ ਦੇ ਵਿੱਚ ਬੈਠੇ ਤੇ ਜਿਹੜਾ ਪਹੁੰਚ ਗਏ ਤੇ ਗੁਰੂ ਦੇ ਕੋਲ ਪਹੁੰਚ ਕੇ ਤੇ ਉੱਥੇ ਜਾ ਕੇ ਜਿਹੜਾ ਵਾ ਇਸ਼ਨਾਨ ਨਹੀਂ ਕੀਤਾ। ਕਿਉਂਕਿ ਮੁੜਕੀ ਮਨੁੱਖ ਹੁੰਦੇ ਸਨ ਤੇ ਕੰਮ ਧੰਦੇ ਆਪਣੇ ਸਾਂਭ ਕੇ ਆਉਣੇ ਤੇ ਲੰਮੇਰਾ ਸਬਰ ਕਰਨਾ ਤੇ ਅੱਤ ਦੀ ਗਰਮੀ ਦੇ ਵਿੱਚੋਂ ਨਿਕਲ ਕੇ ਆਉਣਾ। ਤੇ ਉਸ ਵਕਤ ਉਹਨਾਂ ਦੀ ਸੁੱਖ ਸਹੂਲਤ ਵਾਸਤੇ ਜਿਨ੍ਹਾਂ ਨੇ 2-4 ਘੰਟੇ ਸੰਗਤ 'ਚ ਬੈਠ ਕੇ ਗੁਰੂ ਦੇ ਵਿਚਾਰ ਸੁਣਨੇ, ਗੁਰਮਤ ਦੀ ਵਿਚਾਰ ਨੂੰ ਸੁਣਨਾ ਹੈ, ਤੇ ਉਹਨਾਂ ਨੇ ਘੱਟੋ ਘੱਟ ਉਹਨਾਂ ਨੂੰ ਤਾਜ਼ਗੀ ਤੇ ਚਾਹੀਦੀ ਨਾ। ਉਹਨਾਂ ਦੇ ਸਰੀਰ ਜਿਹੜਾ ਜਿੱਥੇ ਮਤਲਬ ਜਦੋਂ ਸੁਣਨ ਕੋਈ ਸ਼ਬਦ ਸੁਣਨ ਤੇ ਉਹਨਾਂ ਨੂੰ ਉਸ ਚੀਜ਼ ਦੀ ਜਿਹੜੀ ਪ੍ਰਾਪਤੀ ਹੋ ਸਕੇ, ਆਲਸ ਜਿਹੜਾ ਵਾ ਉਹ ਨਾ ਰਵੇ। ਇਸ ਕਰਕੇ ਇਸ਼ਨਾਨ ਦੀ ਇਹ ਮਹੱਤਤਾ ਹੈ। ਇਸ਼ਨਾਨ ਜਿਹੜਾ ਵਾ ਉੱਥੇ ਕਰਕੇ ਤੇ ਗੁਰੂ ਦੇ ਕੋਲ ਉੱਥੇ ਹੀ ਸੰਗਤ ਦੇ ਵਿੱਚ ਜਿਹੜਾ ਇੱਕ ਪੰਗਤ 'ਚ ਬੈਠ ਕੇ ਲੰਗਰ ਛਕ ਕੇ, ਇੱਕ ਤਾਂ ਯਾਦ-ਪਾਤ ਖਤਮ ਹੋ ਗਈ, ਇੱਕੋ ਸਰੋਵਰ ਦੇ ਵਿੱਚ ਇਸ਼ਨਾਨ ਕਰ ਰਹੇ ਆ। ਉਹ ਭਾਵੇਂ ਕੋਈ ਉੱਚੀ ਜਾਤ ਦਾ ਭਾਵੇਂ ਨੀਵੀਂ ਜਾਤ ਦਾ, ਇੱਕੋ ਥਾਂ ਬੈਠ ਕੇ ਲੰਗਰ ਛਕ ਰਹੇ ਆ ਤੇ ਇੱਕੋ ਥਾਂ ਬੈਠ ਕੇ ਸੰਗਤ ਕਰ ਰਹੇ ਆ। ਤੇ ਸੰਗਤ ਵਿੱਚ ਬੈਠ ਕੇ ਕਿ ਮੇਰੇ ਨਾਲ ਦੇ ਦੂਸਰੇ ਨੂੰ ਕੋਈ ਦਿੱਕਤ ਨਾ ਹੋਵੇ, ਮੇਰੇ ਤੋਂ ਮੈਨੂੰ ਵੀ ਕੋਈ ਦਿੱਕਤ ਨਾ ਹੋਵੇ ਕਿ ਮੈਂ ਜਿਹੜਾ ਵਾ ਕਿਤੇ ਆਲਸ ਵਿੱਚ ਨਾ ਆਵਾਂ। ਇਸ ਕਰਕੇ ਤਾਜ਼ਗੀ ਬਣੀ ਰਵੇ ਮੇਰੇ ਸਰੀਰ 'ਚ। ਤੇ ਦੂਸਰੀ ਗੱਲ ਕਿ ਮੇਰੇ ਤੋਂ ਕਿਸੇ ਦੂਸਰੇ ਨੂੰ ਦਿੱਕਤ ਨਾ ਆਵੇ ਕਿ ਕੋਈ ਮੇਰੇ ਅੰਦਰੋਂ ਕੋਈ ਮਤਲਬ ਕੋਈ ਬੋ ਵਾਲੀ ਕੋਈ ਵੀ ਵਿਚਾਰ ਨਾ ਹੋਵੇ। ਸੰਗਤ ਜਿਹੜੇ ਆ ਆਪਸੀ ਜਿਹੜੇ ਸਾਡੇ ਜਿਹੜੇ ਸੱਜਣ ਮਿੱਤਰ ਆ ਉਹ ਦੁਖੀ ਨਾ ਹੋਣ ਸਾਡੇ ਤੋਂ। ਇਸ ਵਾਸਤੇ ਇਹ ਸਰੋਵਰ ਦੇ ਇਸ਼ਨਾਨ ਦੀ ਜਿਹੜੀ ਇਹ ਮਹੱਤਤਾ ਹੈ। ਦੂਸਰੀ ਗੱਲ, ਸਤਿਗੁਰੂ ਸਾਹਿਬਾਨ ਜਿਉਂ-ਜਿਉਂ ਸਮਾਂ ਤਬਦੀਲ ਹੁੰਦਾ ਗਿਆ, ਸਤਿਗੁਰੂ ਜੀ ਦੀ ਜਿਹੜੀ ਆ ਵਿਚਾਰ ਜਿਹੜੀ ਆ ਇਸ ਪੱਖ ਤੋਂ ਪਾਣੀ ਦੀ, ਜਦੋਂ ਅਸੀਂ ਅੱਜ ਕੱਲ੍ਹ ਡੈਮ ਬਣਾਉਂਦੇ ਆ, ਇਹ ਬਿਲਕੁਲ ਸਰੋਵਰ ਤੇ ਤੀਰਥ ਇਸੇ ਤਰ੍ਹਾਂ ਬਣੇ ਸੀ। ਅਸੀਂ ਮੀਂਹ ਦਾ ਪਾਣੀ ਜਿਹੜਾ ਕਵਰ ਕਰਦੇ ਆ ਆਪਣੇ ਵਰਤਣ ਵਾਸਤੇ, ਬਿਲਕੁਲ ਇਸੇ ਤਰ੍ਹਾਂ ਸਰੋਵਰਾਂ ਨੂੰ ਜਿਹੜਾ ਵਰਤਿਆ ਜਾਣਾ। ਹੁਣ ਸ਼ਹਿਰ ਵਸਾਉਣਾ ਹੈ ਗੁਰੂ ਸਾਹਿਬ ਜੀ ਨੇ ਤੇ ਉਹਦੇ ਵਾਸਤੇ ਜ਼ਰੂਰਤ ਹੈ ਪਾਣੀ। ਇਹ ਸਰੋਵਰ ਦਾ ਜਿਹੜਾ ਮੁੱਖ ਮਕਸਦ ਸੀ। ਜਿਵੇਂ ਤੀਰਥਾਂ ਦੇ ਪਿੱਛੇ ਕੋਈ ਜੋ ਰਾਜ ਸੀ ਨਾ, ਵੀ ਉਹਦਾ ਮੁੱਖ ਉਦੇਸ਼ ਹੋਰ ਸੀ, ਸਰੋਵਰਾਂ ਦਾ ਮੁੱਖ ਉਦੇਸ਼ ਵੀ ਹੋਰ ਸੀ। ਪਰ ਹੁਣ ਜਿਹੜੀ ਮੈਂ ਗੱਲ ਕਹਿਣ ਲੱਗਾ, ਇਹ ਗੱਲ ਬੜੀ ਸਮਝਣ ਵਾਲੀ। ਹੁਣ ਜਿਹੜੇ ਸਾਡੇ ਪਿੰਡ 'ਚ ਬੈਠੇ ਆ ਨਾ, ਆਪੂ ਬੜੇ ਪਿੰਡਾਂ ਦੇ ਵਿੱਚ ਬੈਠੇ ਸਤਿਕਾਰਯੋਗ ਬਾਬੇ, ਬੀਬੀਆਂ ਵੀ ਜਿਹੜੀਆਂ ਨੇ ਕਹਿੰਦੀਆਂ ਸਾਡੇ 'ਚ ਬਾਬਾ ਦੀਪ ਸਿੰਘ ਆਇਆ, ਉਹ ਵੀ ਇਹ ਜਿਹੜਾ ਵਾ ਪ੍ਰਚਾਰ ਕਰਦੇ ਨੇ। ਸੰਗਤ ਉਹਨਾਂ ਨੇ ਬੜੀ 10-10, 15-15 ਜਿਹੜੇ ਪਿੰਡ ਮੱਲੇ ਹੋਏ ਆ, ਤੇ ਉਹ ਪਿੰਡਾਂ ਦੇ ਵਿੱਚੋਂ ਜਿਹੜੀ ਸੰਗਤ ਉਹਨਾਂ ਦੇ ਕੋਲ ਜਾਂਦੀ ਤੇ ਪਹੁੰਚ ਕੇ ਉਹਨਾਂ ਦੀ ਜਿੱਥੇ ਉਹਨਾਂ ਨੂੰ ਮੱਥਾ ਟੇਕਦੀ ਆ। ਇਹ ਵੀ ਗੁਰਮਤਿ ਵਿਰੋਧੀ ਵਿਚਾਰ ਹੈ। ਫਿਰ ਉਹਨਾਂ ਦੇ ਕੋਲੋਂ ਕੋਈ ਚੀਜ਼ ਆਪਣਾ ਦੁੱਖ ਜਿਹੜਾ ਦੱਸ ਕੇ ਉਹਨਾਂ ਦੇ ਕੋਲੋਂ ਪੁੱਛ ਕੇ ਤੇ ਉਸ ਮੁਤਾਬਕ ਜਿਹੜਾ ਵਾ ਸਿਸਟਮ ਜਿਹੜਾ ਢਾਲਿਆ ਜਾਂਦਾ ਹੈ। ਤੇ ਸਾਡੇ ਲੋਕ ਕਹਿੰਦੇ ਵੇਖੋ, ਜਦੋਂ ਕੋਈ ਸਵਾਲ ਕਰੀਏ ਕਿ ਤੁਸੀਂ ਉਹਨਾਂ ਕੋਲ ਕਿਉਂ ਜਾਂਦੇ ਹੋ, ਕਹਿੰਦੇ ਕਿ ਉਹਨਾਂ ਨੇ ਤਾਂ ਸਾਨੂੰ ਗੁਰਦੁਆਰੇ ਨਾਲ ਜੋੜਿਆ ਗੁਰਦੁਆਰੇ ਨਾਲ ਨਹੀਂ ਆ, ਜੋੜਿਆ ਭਰਮ ਨਾਲ ਹੈ। ਤੇ ਭਰਮ ਕਿਹੜਾ? ਭਰਮ ਇਹੀ ਭਰਮ ਜਿਹੜਾ ਸਰੋਵਰਾਂ ਦੇ ਪਿੱਛੇ ਅਸਲੀ ਸਿਧਾਂਤ ਸੀ ਉਹ ਛੁਪ ਗਿਆ। ਜਿਵੇਂ ਤੀਰਥਾਂ ਦੇ ਪਿੱਛੇ ਅਸਲੀ ਸਿਧਾਂਤ ਸੀ ਉਹ ਵਿਪਰ ਦੀ ਸੋਚ ਨੇ ਛੁਪਾਤਾ, ਇਸੇ ਤਰ੍ਹਾਂ ਸਰੋਵਰਾਂ ਦੇ ਪਿੱਛੇ ਜਿਹੜਾ ਅਸਲੀ ਸਿਧਾਂਤ ਸੀ ਉਹ ਵੀ ਸਾਡੇ ਪਿੰਡਾਂ ਦੇ ਵਿੱਚ ਬੈਠੇ ਆਪੂ ਬਣੇ ਬੀਬੀਆਂ ਬਾਬੇ ਜਿਹੜੇ ਆ, ਤੇ ਵੱਡੇ ਵੱਡੇ ਦੂਸਰੇ ਬਾਬੇ ਵੀ ਜਿਹੜੇ 2-2, 4-4 ਮਾਲਾ ਗਲ ਵਿੱਚ ਪਾ ਕੇ ਪ੍ਰਚਾਰ ਕਰ ਰਹੇ ਆ, ਉਹਨਾਂ ਨੇ ਵੀ ਇਹੋ ਜਿਹਾ ਜਿਹੜਾ ਸੰਦੇਸ਼ ਜਿਹੜਾ ਦੇਣਾ ਸ਼ੁਰੂ ਕਰ ਦਿੱਤਾ। ਤੇ ਲੋਕ ਮੱਸਿਆ ਦੇ ਉੱਤੇ ਵੀ ਵੇਖੋ, ਤੁਸੀਂ ਜਿੱਧਰ ਵੇਖੋ ਭੀੜਾਂ ਨੇ। ਹੁਣ ਉਹ ਕਿਹੜੀ ਮਕਸਦ ਨੂੰ ਜਿਹੜਾ ਇਤਿਹਾਸਕ ਸਥਾਨ ਤੇ ਜਾ ਰਹੇ, ਕੋਈ ਜਿੱਥੇ ਕਿਤੇ ਢਾਡੀ ਲੱਗੇ ਵੀਰ, ਜਿੱਥੇ ਕਿਤੇ ਕਵਿਸ਼ਰੀ ਵੀਰ ਲੱਗੇ ਆ, ਜਿੱਥੇ ਕਿਤੇ ਕਥਾ ਹੋ ਰਹੀ ਆ, ਕੀਰਤਨੀਏ ਵਿਚਾਰੇ ਜਿੱਥੇ ਕੀਰਤਨ ਕਰ ਰਹੇ ਆ, ਉੱਥੇ ਵੇਖੋ ਤੁਸੀਂ ਜਾ ਕੇ ਕਿੰਨੀ ਕੁ ਭੀੜ ਹੈ। ਮੈਂ ਕਿਸੇ ਗੁਰਦੁਆਰੇ ਦਾ ਨਾਂ ਨਹੀਂ ਲੈਣਾ, ਲੇਕਿਨ ਤੁਸੀਂ ਸਾਰੇ ਪਾਸੇ ਝਾਤੀ ਮਾਰ ਲਿਓ, ਇਹ ਕੁਝ ਵਾਪਰ ਰਿਹਾ ਹੀ ਕੁਝ ਹੋ ਰਿਹਾ ਪੰਜਾਬ ਦੇ ਪਿੰਡਾਂ 'ਚ ਖਾਸ ਕਰ। ਪਰ ਇਹ ਜੰਮੂ ਦੇ ਅੰਦਰ ਨਾ ਇਹ ਫਰਕ ਹੈ। ਜੰਮੂ ਕਸ਼ਮੀਰ ਦੇ ਵਿੱਚ ਤਕਰੀਬਨ 6 ਸਾਲ ਤੋਂ ਜਦੋਂ ਦਾ ਮੈਂ ਕਾਲਜ ਵਿੱਚੋਂ ਨਿਕਲਿਆ ਪ੍ਰਚਾਰ ਵਾਲੇ ਪਾਸੇ ਤੁਰਿਆ, ਇੱਧਰ ਹੀ ਮੈਂ ਸੇਵਾ ਨਿਭਾਈ। ਤੇ ਇਹਦੇ ਵਿੱਚ ਇੱਧਰ ਨਾ ਇੱਕ ਫਰਕ ਹੈ, ਇੱਧਰ ਦੀ ਜਿਹੜੀ ਸਿੱਖੀ ਹੈ ਬੜੀ ਮਹਾਨ ਸਿੱਖੀ ਹੈ, ਇਹ ਸੱਚ ਦੇ। ਇੱਥੇ ਜਿਹੜੇ ਪਿੰਡਾਂ ਦੇ ਵਿੱਚ ਵੀ ਜਦੋਂ ਮੈਂ ਵਿਚਰਿਆ ਨਾ, ਤਕਰੀਬਨ 7 ਪਿੰਡਾਂ ਦੇ ਵਿੱਚ ਲਗਾਤਾਰ ਜਿਹੜੀ ਕਥਾ ਦੀ ਹਾਜ਼ਰੀ ਜਿਹੜੀ ਚੱਲ ਰਹੀ ਹੈ, ਤੇ ਤੁਸੀਂ ਹੈਰਾਨ ਹੋਵੋਗੇ, ਉੱਥੇ ਬੱਚਿਆਂ ਦੀਆਂ ਕਲਾਸਾਂ ਵੀ ਅਸੀਂ ਲੈ ਰਹੇ ਹਾਂ। ਤੇ ਉਹ ਜਿੰਨੇ ਵੀ ਜਿਹੜੇ ਸਿੱਖ ਨੇ ਕਥਾ ਨੂੰ ਪਿਆਰ ਕਰਦੇ, ਗੁਰਮਤਿ ਨੂੰ ਗੁਰੂ ਦੀ ਵਿਚਾਰ ਨੂੰ ਪਿਆਰ ਕਰਦੇ, ਉੱਥੇ ਪਹੁੰਚਦੇ ਤੇ ਗੁਰੂ ਦੀ ਗੱਲ ਨੂੰ ਸੁਣਦੇ ਆ। ਹੁਣ ਇਹ ਚੀਜ਼ ਤੁਸੀਂ ਉਧਰ ਟਿਕਾ ਕੇ ਗੁਰਦੁਆਰੇ ਤੇ ਉੱਥੇ ਵੀ ਭੀੜਾਂ ਬਹੁਤ ਨੇ ਪੰਜਾਬ 'ਚ। ਤੇ ਉਹ ਕੀ ਜਿਹੜੀ ਵਿਚਾਰ ਚੱਲ ਰਹੀ ਆ ਕਿ ਅਸਲ 'ਚ ਮੱਸਿਆ ਦੇ ਇਸ਼ਨਾਨ ਵਾਸਤੇ ਚੱਲਦੇ ਆ। ਤੇ ਇਹ ਭਰਮ ਪਾਇਆ ਕਿੰਨੇ? ਇਹ ਭਰਮ ਸਾਡੇ ਆਪਣੇ ਹੀ ਬਣੇ, ਸਾਡੇ ਵਿੱਚੋਂ ਹੀ ਪੈਦਾ ਹੋਏ। ਜਿਹੜੇ ਲੋਕਾਂ ਨੇ ਅਸਲ 'ਚ ਧਰਮ ਨੂੰ ਧੰਦਾ ਬਣਾਇਆ, ਉਹ ਕਹਿੰਦੇ ਕਿ ਪ੍ਰਚਾਰਕਾਂ ਨੇ ਧੰਦਾ ਬਣਾ ਲਿਆ, ਅਸਲ 'ਚ ਧੰਦਾ ਉਹਨਾਂ ਨੇ ਬਣਾਇਆ ਜੇ ਸੋਚਿਆ ਜਾਏ।
ਜੇ ਵੇਖਿਆ ਜਾਏ ਗੁਰਮਤ ਦੀ ਕੋਈ ਸੋਚੀ ਨਹੀਂ, ਗੁਰਬਾਣੀ ਦੇ ਸ਼ਬਦ ਦੀ ਕੋਈ ਸੋਚੀ ਨਹੀਂ, ਪਰ ਲੋਕਾਂ ਦੇ ਦੁੱਖ ਦੂਰ ਕਰ ਰਿਹਾ। ਤੇ ਗੁਰਬਾਣੀ ਤੇ ਕਹਿੰਦੀ ਵੀ ਜਿਸ ਮਨੁੱਖ ਪੈ ਕਰੋ ਬੇਨੰਤੀ, ਸੋ ਆਪਣੇ ਹੀ ਦੁੱਖ ਭਰਿਆ, ਪਾਰ ਬ੍ਰਹਮ ਜਿਨ ਹਿਰਦੇ ਅਰਾਧਿਆ, ਤਿੰਨ ਭਉ ਸਾਗਰ ਤਰਿਆ। ਹੁਣ ਮੈਂ ਇੱਕ ਬੇਨਤੀ ਕਰਾਂ ਵੀ ਗੁਰੂ ਪਿਆਰਿਓ, ਇਹ ਸੰਦੇਸ਼ ਇਸ ਚੈਨਲ ਦੇ ਰਾਹੀਂ ਇਹ ਜ਼ਰੂਰ ਜਿਹੜਾ ਵਾ ਸੰਦੇਸ਼ ਆਪਣੇ ਜੀਵਨ 'ਚ ਲੈ ਆਇਓ। ਗੁਰਦੁਆਰੇ ਦੇ ਦਰਸ਼ਨ ਕਰੋ, ਗੁਰੂ ਦੇ ਦਰਸ਼ਨ ਕਰੋ, ਇਤਿਹਾਸਕ ਸਥਾਨਾਂ ਦੇ ਕੋਲ ਜਾਓ, ਆਪਣੇ ਆਪ ਇਤਿਹਾਸ ਪੜ੍ਹੋ, ਘੰਟਿਆਂ ਬੱਧੀ ਉੱਥੇ ਇਤਿਹਾਸ ਨੂੰ ਸਰਵਣ ਕਰੋ। ਜਿਹੜੇ ਢਾਡੀ ਸਿੰਘ, ਕਵਿਸ਼ਰੀ, ਕਥਾਵਾਚਕ, ਪ੍ਰਚਾਰਕ ਲੱਗ ਕੇ ਤੁਹਾਨੂੰ ਇਤਿਹਾਸ ਦੀਆਂ ਬਾਤਾਂ ਜਿਹੜੀਆਂ ਪਾ ਰਹੇ, ਸੁਣਾ ਰਹੇ ਆ, ਉਹਨਾਂ ਨੂੰ ਸੁਣਿਆ ਕਰੋ। ਉਹਦੇ ਤੇ ਟਾਈਮ ਜਿਹੜਾ ਜ਼ਿਆਦਾ ਦਿਆ ਕਰੋ, ਤੇ ਵੱਧ ਤੋਂ ਵੱਧ ਇਤਿਹਾਸ ਨਿਸ਼ਾਨੀਆਂ ਦੇ ਕੋਲ ਜਾ ਕੇ ਆਪਣੇ ਮਨ ਨੂੰ ਗੁਰਮਤ ਵਾਲੇ ਪਾਸੇ ਤੋਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ। ਇਤਿਹਾਸ, ਆਪਣਾ ਇਤਿਹਾਸ ਜਿਹੜਾ ਹੈ, ਉਹਨਾਂ ਨੂੰ ਜਿਹੜਾ ਵੱਧ ਤੋਂ ਵੱਧ ਦਰਸ਼ਨ ਕਰਨੇ ਚਾਹੀਦੇ ਆ। ਤੁਸੀਂ ਹੈਰਾਨ ਹੋਵੋਗੇ, ਅੱਲਾ ਯਾਰ ਖਾਂ ਜੋਗੀ ਨੇ ਨਾ ਭਾਵੁਕਤਾ ਦੇ ਵਿੱਚ ਆ ਕੇ, ਤੁਸੀਂ ਵੇਖੋ ਜਦੋਂ ਉਹਨਾਂ ਨੇ ਇਤਿਹਾਸ ਲਿਖਿਆ, ਭਾਵੁਕਤਾ ਦੇ ਵਿੱਚ ਆ ਕੇ ਉਹਨਾਂ ਨੇ ਵੀ ਤੀਰਥ ਦੇ ਵੱਲ ਇਸ਼ਾਰਾ ਕੀਤਾ ਸਾਡਾ। ਤੇ ਉਹ ਕਿਹੜੇ ਪਾਸੇ ਕੀਤਾ ਵੀ ਸਰਹੰਦ ਜਾਓ, ਚਮਕੌਰ ਦੀ ਧਰਤੀ ਜਾਓ, ਉੱਥੇ ਜਾ ਕੇ ਦਰਸ਼ਨ ਕਰੋ, ਅਸਲੀ ਤੀਰਥ ਤੇ ਉਹ ਆ। ਇਹਦਾ ਮਤਲਬ ਵੀ ਅੱਲਾ ਯਾਰ ਖਾਂ ਜੋਗੀ ਵਰਗਾ ਵਿਦਵਾਨ ਸਮਝ ਗਿਆ ਹੈ ਕਿ ਇਤਿਹਾਸ ਦੇ ਦਰਸ਼ਨ ਕਰਨੇ, ਉਸ ਇਤਿਹਾਸ ਨਾਲ ਜੁੜਨਾ, ਇਹੀ ਤੀਰਥ ਹੈ, ਇਹ ਸਭ ਤੋਂ ਵੱਡਾ ਤੀਰਥ ਹੈ। ਇਸ ਕਰਕੇ ਜੇ ਅਸੀਂ ਇਸ ਪਾਸੇ ਤੁਰਾਂਗੇ ਤੇ ਸਾਡਾ ਜਿਹੜਾ ਵਾ, ਜੇ ਅਸੀਂ ਆਪ ਇਤਿਹਾਸ ਨੂੰ ਪਰਖਣ ਵਿਚਾਰਨ ਲਈ ਤੁਰ ਪਏ ਤੇ ਆਪ ਆਪਣੇ ਬੱਚਿਆਂ ਨੂੰ ਬਾਂਹ ਫੜ ਕੇ ਇਤਿਹਾਸ ਵਾਲੇ ਪਾਸੇ ਤੁਰ ਸਕਦੇ। ਗੁਰਦੁਆਰਿਆਂ ਦੇ ਦਰਸ਼ਨ ਕਰੋ, ਸਰੋਵਰ 'ਚ ਇਸ਼ਨਾਨ ਵੀ ਕਰੋ, ਸਰੋਵਰ 'ਚ ਇਸ਼ਨਾਨ ਕਰਨ ਦੀ ਕੋਈ ਮਨਾਹੀ ਨਹੀਂ, ਬਿਲਕੁਲ। ਪਰ ਇਹ ਜਿਹੜੀ ਸੋਚ ਮਨਸਾ ਜਿਹੜੀ ਇਹ ਧਾਰਨ ਕਰੋ ਕਿ ਅਸੀਂ ਜਿਹੜੀ ਆ ਗੁਰੂ ਦੀ ਗੁਰਮਤ ਨਾਲ ਜੁੜਨਾ ਹੈ, ਗੁਰੂ ਦੀ ਮੱਤ ਨੂੰ ਧਾਰਨ ਕਰਨਾ ਹੈ। ਜੀ ਹਾਂਜੀ ਹਾਂਜੀ, ਤੁਸੀਂ ਮੱਸੇ ਪੁੰਨੇ ਦੀ ਨਾਲ ਗੱਲ ਕੀਤੀ ਸੀ। ਇਹਦੇ ਵਿੱਚ ਜਦੋਂ ਆਪਾਂ ਮੱਸੇ ਪੁੰਨੇ ਦੀ ਗੱਲ ਕਰਦੇ ਹਾਂ ਤੇ ਪੂਰਨਮਾਸ਼ੀ ਨੂੰ ਜੇ ਅਸੀਂ ਵਿਚਾਰੀਏ ਤਾਂ ਗੋਇੰਦਵਾਲ ਸਾਹਿਬ ਧਾਰਮਿਕ ਸਥਾਨ ਆ ਸਾਡਾ, ਗੁਰੂ ਅਮਰਦਾਸ ਤੀਸਰੇ ਪਾਤਸ਼ਾਹ, ਤੀਸਰੇ ਨਾਨਕ, ਤੇ ਉਹਨਾਂ ਦੀ ਸ਼ੋਅ ਪ੍ਰਾਪਤ, ਤੇ ਉੱਥੇ ਬਣੀ ਹੋਈ ਬੌਲੀ, ਉਹਦੇ ਵਿੱਚ ਅੱਜ ਇੱਕ ਬੜਾ, ਜੇ ਅਸੀਂ ਕਹੀਏ ਤਾਂ ਗੁਰਮਤ ਅਕੋਰਡਿੰਗ ਕਰਮਕਾਂਡ ਮੰਨਿਆ ਜਾਏਗਾ ਵੀ ਜਿਵੇਂ ਉੱਥੇ ਇੱਕ ਇੱਕ ਪੌੜੀ ਦੇ ਉੱਪਰ ਜਪਜੀ ਸਾਹਿਬ ਦਾ ਪਾਠ ਕਰਕੇ ਤੇ ਇੱਕ ਇੱਕ ਨਾਲ ਇਸ਼ਨਾਨ ਜਿਹੜਾ ਉਹ ਕੀਤਾ ਜਾਂਦਾ। ਵਿਸ਼ੇਸ਼ ਖਾਸ ਕਰਕੇ ਹੁਣ ਮੇਲਾ ਮਨਾਇਆ ਜਾਏਗਾ ਗੋਇੰਦਵਾਲ ਸਾਹਿਬ, ਉੱਥੇ ਬੜੀ ਭੀੜ ਲੱਗੀ ਰਹੇ। ਕੀ ਇਹਨੂੰ ਗੁਰਮਤ ਇਜਾਜ਼ਤ ਦਿੰਦੀ ਹੈ ਜੋ ਸਾਡੇ ਸਿੱਖ ਭੈਣ ਭਰਾ ਇਸ ਤਰ੍ਹਾਂ ਕਰਦੇ ਆ? ਇਸ ਤਰ੍ਹਾਂ ਮੁਕਤੀ ਹੋ ਜਾਂਦੀ 84 ਲੱਖ ਜਿੱਦਾਂ ਉਹ ਭਰਮ ਪਾਲ ਕੇ ਬੈਠੇ ਵੀ ਕੱਟੀ ਜਾਂਦੀ ਹੈ ਸਾਡੀ। ਜੀ ਜੀ, ਗੁਰਮਤ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਗੁਰਮਤ ਦੇ ਵਿੱਚ ਜਿਹੜਾ ਸਾਨੂੰ ਸੰਦੇਸ਼ ਦਿੱਤਾ ਹੈ ਨਾ ਗੁਰੂ ਦੀ ਮੱਤ ਰਾਹੀਂ, ਉਹ ਸੰਦੇਸ਼ ਬਹੁਤ ਵੱਡਾ ਹੈ ਜੀ। ਉਹ ਸੰਦੇਸ਼ ਸਾਨੂੰ ਜਿੱਥੇ ਇਹ ਚੇਤੇ ਕਰਵਾਉਂਦਾ ਹੈ ਕਿ ਪਾਠ ਕਰਨਾ, ਬਾਣੀ ਪੜ੍ਹਨੀ, ਇਹਦਾ ਮਕਸਦ ਸਾਨੂੰ ਸਮਝਾਉਂਦਾ ਹੈ ਗੁਰਬਾਣੀ ਰਾਹੀਂ। ਇਹ ਗੱਲ ਸਾਨੂੰ ਦ੍ਰਿੜ ਕਰਵਾਉਂਦਾ ਹੈ ਕਿ ਗੁਰਬਾਣੀ ਰੂਪ ਬਣਨਾ ਹੈ, ਗੁਰਬਾਣੀ ਵਰਗੇ ਬਣਨਾ ਹੈ, ਨੇਚਰ ਆਪਣਾ, ਸੋਚ ਆਪਣੀ ਗੁਰਮਤ ਵਾਲੇ ਪਾਸੇ ਢਾਲਣੀ ਹੈ। ਤੇ ਜਦੋਂ ਅਸੀਂ ਇਸ ਚੀਜ਼ ਨੂੰ ਵੇਖਦੇ ਹਾਂ ਤੇ ਉਸ ਪਾਸੇ ਜਦੋਂ ਅਸੀਂ ਆਪਣੇ ਇਤਿਹਾਸਕ ਸਥਾਨਾਂ ਪਾਸੇ ਧਿਆਨ ਮਾਰਦੇ, ਉਹਦੇ ਪਿੱਛੇ ਜਿੱਦਾਂ ਅਸੀਂ ਪਿੱਛੇ ਦੇ ਵਿਚਾਰਿਆ ਨਾ ਵੀ ਸਰੋਵਰ ਦਾ ਮੰਤਵ ਕੁਛ ਹੋਰ ਸੀ, ਬਣਾ ਕੁਛ ਸਾਡੇ ਹੀ ਕੁਛ ਲੋਕ ਜਿਹੜੇ ਇਸ ਚੀਜ਼ ਤੇ ਲੱਗੇ ਹੋਏ ਆ ਤੇ ਇਸ ਨੂੰ ਜਿਹੜਾ ਵਾ ਦੂਸਰਾ ਰੂਪ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਇਸੇ ਤਰ੍ਹਾਂ ਤੀਰਥ ਜਿਹੜੇ ਆ, ਤੀਰਥਾਂ ਦਾ ਮੰਤਵ ਕੁਝ ਹੋਰ ਸੀ ਤੇ ਉਹਨਾਂ ਨੂੰ ਕੁਛ ਹੋਰ ਰੂਪ ਦਿੱਤਾ। ਗੁਰੂ ਨਾਨਕ ਸਾਹਿਬ ਨੇ ਵੀ ਤੀਰਥਾਂ ਤੇ ਜਾ ਕੇ ਜਿਹੜਾ ਵਾ ਪਹੁੰਚੇ, ਪਰ ਉਹਨਾਂ ਨੇ ਤੀਰਥਾਂ ਤੇ ਜਾ ਕੇ ਉਹ ਵੱਡੇ ਵੱਡੇ ਇਕੱਠਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਵੀ ਤੀਰਥ ਦੇ ਉੱਤੇ ਇਸ਼ਨਾਨ ਜਿਹੜਾ ਅਸੀਂ ਕਰਨ ਆਉਂਦੇ ਹਾਂ, ਇਹਦੀ ਕੋਈ ਵੀ ਮਾਨਤਾ ਜਾਂ ਮਹਾਨਤਾ ਨਹੀਂ। ਹਾਂ, ਸਰੀਰ ਦੀ ਮੈਲ ਤੇ ਭਾਵੇਂ ਵਗਦੇ ਪਾਣੀ 'ਚ ਉਤਰ ਜਾਂਦੀ ਹੋਵੇਗੀ, ਮਨ ਦੀ ਮੈਲ ਨਹੀਂ ਜੀ ਉਤਰਦੀ। ਇਸੇ ਤਰ੍ਹਾਂ ਜੇ ਕੋਈ ਇਹ ਸੋਚ ਕੇ ਗੋਇੰਦਵਾਲ ਸਾਹਿਬ ਜਾ ਰਿਹਾ ਹੈ ਤੇ ਸਪਸ਼ਟ ਜੀ ਗੱਲ ਹੈ ਕਿ ਗੁਰਮਤ ਮਾਰਗ ਤੋਂ ਹੀਣਾ ਹੈ, ਗੁਰੂ ਦੀ ਮੱਤ ਤੋਂ ਹੀਣਾ ਹੈ। ਗੋਇੰਦਵਾਲ ਤੇ ਇਤਿਹਾਸਕ ਤੌਰ ਤੇ ਦਰਸ਼ਨ ਕਰਦਾ ਹੈ, ਉਸ ਬੌਲੀ ਦੇ ਅਸਲੀ ਮੰਤਵ ਨੂੰ ਸਮਝਦਾ ਹੈ ਕਿ ਗੁਰੂ ਸਾਹਿਬ ਨੇ ਇਸ ਨੂੰ ਜਿਹੜਾ ਵਾ ਪਾਣੀ ਦੀ ਮੁੱਖ ਲੋੜ ਕਰਕੇ ਜਿਹੜਾ ਬਣਾਇਆ ਸੀ, ਮੰਨਿਆ ਸੀ, ਤੇ ਉਸ ਲੋੜ ਨੂੰ ਪੂਰੀਆਂ ਕਰਨ ਵਾਸਤੇ ਬੌਲੀ ਜਿਹੜੀ ਉਸਾਰੀ ਸੀ, ਬਣਾਈ ਸੀ। ਤੇ ਉਸ ਤੋਂ ਬਾਅਦ ਕੁਛ ਸਾਡੇ ਜਿਸ ਵਕਤ ਗੁਰਦੁਆਰੇ ਸਤਿਕਾਰਯੋਗ ਨਿਰਮਲਿਆਂ ਦੇ ਹੱਥ ਆਏ ਤੇ ਉਹਨਾਂ ਨੇ ਯਾਦ ਰੱਖੋ ਵੀ ਇਸ ਨੂੰ ਦੂਸਰਾ ਰੂਪ ਜਿਹੜਾ ਦੇਣ ਦੀ ਕੋਸ਼ਿਸ਼ ਕੀਤੀ ਇਤਿਹਾਸ ਦੇ ਰਾਹੀਂ, ਤੇ ਉਹ ਅੱਜ ਵੀ ਜਿਹੜਾ ਉਸੇ ਦਾ ਰੂਪ ਜਿਹੜਾ ਬਣ ਕੇ ਤੇ ਉੱਥੇ ਗੋਇੰਦਵਾਲ ਦੇ ਵਿੱਚ ਉਹੀ ਚੀਜ਼ ਜਿਹੜੀ ਵਾਪਰ ਰਹੀ, ਉਹੀ ਕੁਛ ਹੋ ਰਿਹਾ। ਗੁਰਮਤ ਸਾਨੂੰ ਜਿਹੜਾ ਸੰਦੇਸ਼ ਦਿੰਦੀ ਉਹ ਬੜਾ ਵਡਮੁੱਲਾ ਹੈ, ਬਹੁਤ ਵੱਡਾ ਹੈ। ਗੁਰੂ ਦੀ ਮੱਤ ਸਾਨੂੰ ਸਾਡੇ ਜੀਵਨ ਦੇ ਵਿੱਚ ਉਚੇਰਾਪਨ ਜੀਵਨ 'ਚ ਲਿਆਉਣ ਲਈ ਪ੍ਰੇਰਿਤ ਕਰਦੀ ਹੈ। ਜੀਵਨ ਜਿਹੜਾ ਵਾ
ਹੰਡਾਉਣ ਦੀ, ਚੰਗਾ ਜੀਵਨ ਹੰਡਾਉਣ ਦੀ ਜਿਹੜੀ ਸਲਾਹ ਦਿੰਦੀ। ਹੁਣ ਜਪਜੀ ਸਾਹਿਬ ਦੀ ਬਾਣੀ ਭਾਵੇਂ ਜਿਹੜੀ ਮੈਂ ਗੱਲ ਕਹਿਣ ਲੱਗਾ ਵੀ ਜੇ ਤਾਂ ਤੁਸੀਂ ਗੁਰਬਾਣੀ ਪੜ੍ਹ ਕੇ ਉਹਦੀ ਵਿਚਾਰ ਤੱਕ, ਉਹਦੀ ਸਮਝ ਤੱਕ ਪਹੁੰਚ ਕੇ ਤੇ ਉਸ ਦੇ ਸੰਦੇਸ਼ ਨੂੰ ਸਮਝਣ ਵਾਲੇ ਪਾਸੇ ਪਏ ਜੇ, ਫਿਰ ਤਾਂ ਜੁਗ ਜੁਗ ਬਾਣੀ ਦੀ ਜਿੰਨੇ ਵੀ ਜਿਹੜੇ ਪਾਠ ਕੀਤੇ ਜਾਣ ਉਨੇ ਹੀ ਲਾਹੇਵੰਦ, ਬਿਲਕੁਲ ਉਨੇ ਹੀ ਲਾਹੇਵੰਦ ਹੈ। ਕਿਉਂਕਿ ਸਾਡੀ ਸੁਰਤ ਬਾਰ-ਬਾਰ ਗੁਰੂ ਦੀ ਬਾਣੀ ਨਾਲ, ਗੁਰੂ ਦੇ ਮੁੱਖ ਉਪਦੇਸ਼ ਨਾਲ ਜੁੜੀ ਰਵੇ। ਤੇ ਜੇ ਅਸੀਂ ਸਿਰਫ ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਜਿਵੇਂ ਉਹ ਵੇਦਾਂ ਦੇ ਪਾਠ ਕਰਦੇ ਸਨ, ਉਸ ਪਾਸੇ ਤੁਰ ਪਏ, ਤੇ ਗੁਰਮਤਿ ਇਸ ਚੀਜ਼ ਨੂੰ ਮਾਨਤਾ ਨਹੀਂ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, 5 ਜਣਾ ਸੋ ਸੰਗ ਨਾ ਛੁਟਕਿਓ। ਇਸ ਪਾਸੇ ਜ਼ੋਰ ਹੀ ਨਹੀਂ ਦਿੱਤਾ ਜਾ ਰਿਹਾ ਕਿ ਮੈਂ ਇਸ ਬਾਣੀ ਨੂੰ ਪੜ੍ਹ ਕੇ, ਸਮਝ ਕੇ ਤੇ ਆਪਣੇ ਜੀਵਨ ਦੇ ਵਿੱਚ ਉਚੇਰਾਪਨ ਲਿਆ, ਚੰਗਾ ਪੱਖ ਜੀਵਨ ਦੇ ਵਿੱਚ ਲਿਆ ਸਕਾਂ। ਸੋ ਇਸ ਕਰਕੇ ਗੁਰਮਤ ਜਿਹੜੀ ਆ ਇਸ ਚੀਜ਼ ਨੂੰ ਮਾਨਤਾ ਨਹੀਂ ਦਿੰਦੀ। ਬਿਲਕੁਲ। ਅੱਛਾ ਜੀ, ਆਪਣੇ ਕੋਲ ਸਮਾਂ ਬੜਾ ਸੀਮਤ ਹੈ, 5-7 ਮਿੰਟ ਆਪਣੇ ਕੋਲ ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਬਚਿਆ, ਤੇ 1-2 ਸਵਾਲ ਤੁਹਾਨੂੰ ਜਿਹੜੇ ਕਰਨੇ ਆ ਕਿ ਕੀ ਅੱਜ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਾ ਇਸ ਭਰਮ ਦਾ ਸ਼ਿਕਾਰ ਹੋ ਚੁੱਕਿਆ? ਤੁਸੀਂ ਇੱਕ ਪ੍ਰਚਾਰਕ ਹੋਣ ਦੇ ਨਾਤੇ ਤੇ ਕੀ ਦੇਖਦੇ ਹੋ? ਦੇਖੋ, ਅਸੀਂ ਇਸੇ ਗੱਲ ਨੂੰ ਤੇ ਵਿਚਾਰ ਰਹੇ ਹਾਂ, ਜਿਹੜੇ ਜਾਗਰੂਕ ਆ, ਸਮਝਦਾਰ ਆ, ਜਿਨ੍ਹਾਂ ਨੇ ਜੀਵਨ ਵਿੱਚ ਗੁਰਬਾਣੀ ਦਾ ਚਿੰਤਨ ਕੀਤਾ, ਗੁਰਮਤਿ ਪੱਖ ਨੂੰ ਸਮਝਿਆ, ਉਹ ਇਸ ਚੀਜ਼ ਤੋਂ ਬਚਣਗੇ। ਪਰ ਉਹਨਾਂ ਨੂੰ ਕਠਿਨਾਈਆਂ ਬੜੀਆਂ ਹੁੰਦੀਆਂ, ਕਿਉਂਕਿ ਜਿਸ ਪਰਿਵਾਰ 'ਚ ਰਹਿ ਰਹੇ ਹੁੰਦੇ ਆ, ਉਹਨਾਂ ਦੇ ਵਿੱਚ ਕੋਈ ਨਾ ਕੋਈ ਸੱਜਣ ਮਿੱਤਰ ਇਹੋ ਜਿਹਾ ਹੁੰਦਾ ਹੈ ਆਸੇ ਪਾਸੇ, ਸਾਖ ਸੰਬੰਧੀ, ਵੀ ਜਿਹੜਾ ਇਹੋ ਜਿਹੇ ਭਰਮਾਂ ਦਾ ਸ਼ਿਕਾਰ ਹੋਇਆ ਹੁੰਦਾ ਹੈ। ਸੋ ਗੁਰਮਤਿ ਦਾ ਜੀਵਨ ਜਿਉਣ ਵਾਲਾ ਜਿਹੜਾ ਮਨੁੱਖ ਹੈ, ਗੁਰੂ ਦੀ ਮੱਤ ਦੇ ਆਸਰੇ ਦਾ ਹੀ ਜਿਹੜਾ ਗੁਰਮਤਿ ਨੇ ਤੀਰਥ ਸਾਨੂੰ ਬਖਸ਼ਿਆ ਹੈ ਕਿ ਗੁਰ ਸਮਾਨ ਤੀਰਥ ਨਹੀਂ ਕੋਏ, ਉਸ ਤੀਰਥ ਦੀ ਮਾਨਤਾ ਜੀਵਨ ਦੇ ਵਿੱਚ ਲਿਆਉਂਦਾ ਹੈ। ਜਦੋਂ ਗੁਰਮਤਿ ਵਾਲੇ ਪਾਸੇ ਉਹ ਪੈਂਦਾ ਹੈ ਤੇ ਸਤਿਗੁਰੂ ਦੀ ਬਾਣੀ ਉਸ ਨੂੰ ਜਦੋਂ ਸੰਦੇਸ਼ ਦਿੰਦੀ ਆ ਵੀ ਜੇ ਤੀਰਥ ਤੇ ਨਹਾਉਣਾ ਹੀ ਤੈਨੂੰ ਪਸੰਦ ਹੈ ਤੇ ਆ ਤੈਨੂੰ ਅਸਲੀ ਤੀਰਥ ਦੇ ਦਰਸ਼ਨ ਜੀ। ਤੇ ਉੱਥੇ ਸਤਿਗੁਰੂ ਜੀ ਸਾਨੂੰ ਕਹਿੰਦੇ ਵੀ ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਹੁਣ ਜਦੋਂ ਜਿਹੜਾ ਤੇ ਇਹ ਸ਼ਬਦਾਂ ਦੀ ਵਿਚਾਰ ਤੱਕ ਅਪੜ ਜਾਂਦਾ ਹੈ, ਇਸ ਸਿਖਰ ਤੱਕ ਅਪੜ ਜਾਂਦਾ ਹੈ, ਉਹ ਤਾਂ ਬਚਿਆ ਹੈ ਤੇ ਬਚਿਆ ਰਹਿੰਦਾ ਹੈ। ਤੇ ਯਾਦ ਰੱਖੋ, ਉਹ ਉਸ ਭਰਮ ਦਾ ਸ਼ਿਕਾਰ ਹੋ ਕੇ ਨਹੀਂ ਜਾਂਦਾ, ਕਿਉਂਕਿ ਤੀਰਥਾਂ ਤੇ ਨਾ ਮਨੋ ਇੱਛਾਵਾਂ, ਭਾਵਨਾਵਾਂ ਪੂਰੀਆਂ ਕਰਨ ਦੀ ਜਿਹੜੀ ਆ, ਇਹ ਨਵੀਂ ਪਿਰਤ ਜਿਹੜੀ ਪੈ ਗਈ, ਨਵੀਂ ਸੋਚ, ਨਵਾਂ ਹੀ ਰਾਹ ਜਿਹੜਾ ਇਖਤਿਆਰ ਕਰ ਲਿਆ ਭਰਮ ਤੇ ਭੁਲੇਖੇ ਦੇ ਵਿੱਚ ਆ ਕੇ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਸੁਖਮਨੀ ਸਾਹਿਬ ਦੀ ਬਾਣੀ 'ਚ ਨਾ ਜ਼ਿਕਰ ਕਰਦੇ ਆ ਕਿ ਮਨ ਕਾਮਨਾ, ਇੱਥੋਂ ਤੱਕ ਵੀ ਮਨ ਦੀ ਕਾਮਨਾ ਉਪਜੇ, ਮਨ ਕਾਮਨਾ ਤੀਰਥ ਦੇਹ ਛੁੱਟੇ, ਵੀ ਜਿਹੜਾ ਮੇਰਾ ਸਰੀਰ ਹੈ ਇਹ ਆਖਰੀ ਸਵਾਸ ਜਿਹੜੇ ਆ ਤੀਰਥ ਤੇ ਨਿਕਲਣ, ਉੱਥੇ ਮੈਂ ਇਸ਼ਨਾਨ ਰੋਜ਼ ਦਿਨ ਰਾਤ ਇਸ਼ਨਾਨ ਕਰਾਂ ਤੇ ਦਿਨ ਰਾਤ ਮੇਰਾ ਤੀਰਥ ਉਸ ਪਵਿੱਤਰ ਸਥਾਨ ਨੂੰ ਜਾਣ ਕੇ ਮੇਰਾ ਉੱਥੇ ਹੀ ਜਿਹੜਾ ਵਾ ਸਵਾਸ ਨਿਕਲ ਤੇ ਮੈਂ ਬੈਕੁੰਠ ਵਿੱਚ ਜਾਵਾਂਗਾ। ਮਨ ਕਾਮਨਾ ਤੀਰਥ ਦੇ ਛੁੱਟੈ, ਗਰਭ ਗਮਾਨ ਦਾ ਮਨ ਤੇ ਉੱਟੈ, ਸੋਚ ਕਰੈ ਦਿਨ ਸਰ ਰਾਤ, ਮਨ ਕੀ ਮੈਲ ਨਾ ਤਨ ਤੇ ਜਾ। ਦਿਨ ਰਾਤ ਸੁਚਮਤਾ ਇਸ਼ਨਾਨ ਕਰੇ ਵੀ ਮੈਂ ਸੁਚਮਤਾ ਰੱਖਾਂ, ਤੇ ਸਤਿਗੁਰ ਕਹਿੰਦੇ ਵੀ ਮਨ ਕੀ ਮੈਲ ਨਾ ਤਨ ਤੇ ਜਾਤ, ਇਸੇ ਕਰਕੇ ਕਿਹਾ ਹੈ ਕਿ ਤਨ ਧੋਤੈ ਮਨ ਹੱਛਾ ਨਾ ਹੋਈ। ਜਦੋਂ ਇਸ ਮਾਰਗ ਨੂੰ ਕੋਈ ਸਮਝ ਲੈਂਦਾ ਹੈ ਗੁਰੂ ਦਾ ਪਿਆਰਾ, ਤੇ ਉਹ ਫਿਰ ਇਸ ਚੀਜ਼ ਦੇ ਭਰਮ ਦੀ ਜਾਲ ਵਿੱਚੋਂ ਆਪਣੇ ਆਪ ਹੀ ਬਚ ਜਾਂਦਾ ਹੈ। ਤੇ ਇਸ ਵਾਸਤੇ ਸਾਨੂੰ ਕਰਨਾ ਕੀ ਚਾਹੀਦਾ, ਤਰੀਕਾ ਕੀ ਵਰਤਣਾ ਚਾਹੀਦਾ, ਨਾਲ ਦੀ ਨਾਲ ਇਹ ਵੀ ਵਿਚਾਰ ਲਈ ਨਾ ਤਰੀਕਾ ਕੀ ਵਰਤਣਾ ਚਾਹੀਦਾ ਹੈ। ਅਸੀਂ ਵੱਧ ਤੋਂ ਵੱਧ ਮਾਨਤਾ ਦਈਏ ਗੁਰੂ ਦੀ ਬਾਣੀ ਨੂੰ, ਗੁਰੂ ਦੀ ਵਿਚਾਰ ਨੂੰ, ਵੱਧ ਤੋਂ ਵੱਧ ਗੁਰਮਤਿ ਵਾਲੇ ਪਾਸੇ ਪ੍ਰੇਰਿਤ ਕਰੀਏ ਆਪਣੇ ਬੱਚਿਆਂ ਨੂੰ। ਜਦੋਂ ਉਹ ਗੁਰੂ ਦੀ ਬਾਣੀ ਦੇ ਸੰਦੇਸ਼ ਵਿੱਚ, ਗੁਰੂ ਦੀ ਬਾਣੀ ਦੇ ਪਿਆਰ ਵਿੱਚ, ਗੁਰੂ ਦੀ ਬਾਣੀ ਦੇ ਪ੍ਰੇਮ ਵਿੱਚ ਭਿੱਜ ਗਏ, ਤੇ ਉਹਦੇ ਵਿੱਚੋਂ ਜਦੋਂ ਉਹਨਾਂ ਨੇ ਅਸਲੀ ਹੀਰੇ ਮੋਤੀ ਚੁਣਨੇ ਸ਼ੁਰੂ ਕਰ ਦਿੱਤੇ, ਜੀਵਨ ਨੂੰ ਵਿਚਾਰਨਾ ਸ਼ੁਰੂ ਕਰ ਦਿੱਤਾ, ਫਿਰ ਉਹ ਅਸਲੀ ਧਰਮੀ ਬਣ ਜਾਣਗੇ। ਫਿਰ ਉਹਨਾਂ ਨੂੰ ਡਰ ਨਹੀਂ ਰਹੇਗਾ। ਧਰਮੀ ਵਿਗਸੇਰ, ਧਰਮੀ ਨੂੰ ਕੋਈ ਡਰ ਨਹੀਂ ਹੁੰਦਾ। ਜਿਹੜਾ ਅਸਲੀ ਧਰਮੀ, ਜਿਹੜਾ ਜੀਵਨ ਦੇ ਪੱਖ ਨੂੰ ਗੁਰਮਤਿ ਦੇ ਅਨੁਸਾਰ ਢਾਲ ਲੈਂਦਾ ਹੈ, ਉਹਨੂੰ ਕੋਈ ਵੀ ਭਰਮ ਭੁਲੇਖਾ ਨਹੀਂ ਰਹਿੰਦਾ, ਭਰਮ ਦਾ ਸ਼ਿਕਾਰ ਨਹੀਂ ਹੋ ਰਹਿੰਦਾ। ਤੇ ਭਰਮ ਦਾ ਸ਼ਿਕਾਰ ਉਹ ਸੱਜਣ ਹੈ, ਉਹ ਵੀਰ ਹੈ, ਜਿਹੜਾ ਆਪਣੇ ਜੀਵਨ ਦੇ ਹਰ ਪੱਖ ਤੋਂ ਡਰਿਆ ਹੋਇਆ ਹੈ, ਘਬਰਾਇਆ ਹੋਇਆ ਹੈ, ਤੇ ਆਪਣੇ ਜੀਵਨ ਨੂੰ ਸਹੀ ਨਹੀਂ ਜਿਉਂਦਾ। ਇਸ ਵਾਸਤੇ ਸੰਦੇਸ਼ ਤਾਂ ਇਹੀ ਹੈ ਕਿ ਅਸੀਂ ਵੱਧ ਤੋਂ ਵੱਧ ਗੁਰਬਾਣੀ ਦੇ ਪ੍ਰਚਾਰ ਨੂੰ ਪਿਆਰ ਕਰੀਏ, ਗੁਰ ਇਤਿਹਾਸ ਅਸਥਾਨਾਂ ਤੇ ਦਰਸ਼ਨ ਕਰੀਏ, ਸਰੋਵਰ ਇਸ਼ਨਾਨ ਵੀ ਕਰੀਏ। ਇਸ਼ਨਾਨ ਕਰਨ ਤੋਂ ਮਨਾਹੀ ਕੋਈ ਨਹੀਂ, ਪਰ ਮਨਸ਼ਾ ਜਿਹੜੀ ਆ ਭਰਮ ਵਾਲੀ ਨਹੀਂ ਹੋਣੀ ਚਾਹੀਦੀ। ਮਨਸ਼ਾ ਦੇ ਅੰਦਰ ਜਿਹੜੀ ਸੋਚ ਹੈ ਉਹ ਭਰਮ ਵਾਲੀ ਨਹੀਂ ਹੋਣੀ ਚਾਹੀਦੀ।
इस वास्ते जे गुरुदेव जी ने सानू गुरमत का राह दिता है, गुरमत गाटी राह, इस निर्मल राह की पहचान करिए। असी पहचान तो कोरे हैं, पहचान तो कोरे होने करके असी उलझ जाने आ ते सानू कुछ लोग जिहड़े आ आपू बैठे जदों असी डरे हुंदे उलझा दिंदे, जी जी डर पा दिंदे ते उस डर बिल्कुल ने बिल्कुल साडे अंदर जिहड़ा वा ते होर भी साडे अंदरला जिहड़ा गुरमत वाला पक्ष संदेश है उस तो असी कोरे रह जाने, गुरु दे पक्ष तो जीवन जिहड़ा वा साडा कोरा रह जांदा है ते गुरु दी विचार ने साडे जीवन विच तब्दीली लिआउणी। बिल्कुल अच्छा जी बहुत वधिया बिल्कुल जद तक ਅਸੀਂ ਗੁਰਮਤ ਨਾਲ ਖੁਦ ਨਹੀਂ ਜੁੜਦੇ ਗੁਰਮਤ ਨੂੰ ਪੜ੍ਹਦੇ ਤਾਂ ਠੀਕ ਆ ਪਰ ਜਦ ਤੱਕ ਉਹਨੂੰ ਸਮਝਦੇ ਨਹੀਂ ਆ ਤੱਕ ਅਸੀਂ ਇਸ ਭਰਮਜਾਲ ਚੋਂ ਨਿਕਲ ਨਹੀਂ ਸਕਦੇ। ਬਹੁਤ ਵਧੀਆ ਆਖਰੀ ਸਵਾਲ ਆ ਤੇ ਸਾਡਾ ਸਮਾਂ ਵੀ ਜਿਹੜਾ ਇੱਥੇ ਸੀਮਤ ਆ, ਇੱਕ ਅੱਧੇ ਮਿੰਟ ਦੇ ਵਿੱਚ ਤੁਸੀਂ ਇਸ ਮਾਧਿਅਮ ਰਾਹੀਂ ਸਿੱਖ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇੱਕ ਅੱਧੇ ਮਿੰਟ ਦੇ ਵਿੱਚ? बिल्कुल बहुत वधिया आपने सवाल किया है। मैं इको एक बेनती जिहड़ी आ समूह सिख कौम नूं करनी चाहुंदा, ਜੀ जे साडे आपस च किते ना किते विचार नहीं रलदे, ਜੀ असी गुरमत वाले पक्ष तो जाणू ही हाँ ਜੀ ते सानू लगता है कि जिहड़ा काम असी कर रहे हैं ਜੀ एक लकीर दे फकीर बनने वाली जिहड़ी सोच है, ਜੀ जे असी उस तरह नफरत दे विच आके फिर भी इस चीज़ नूं अणगौलिया करना चाहुंदे हैं, किसी भी चीज़ नूं कोई भी जिहड़ी मनमत हो रही है अखां ते पट्टी बंधना चाहुंदे हैं, भी असी अखां मीट के चलना चाहुंदे हैं ते याद रखो असी कौम दे वफादार नहीं हैं। ਬਿਲਕੁਲ ते जे असी कौम के वफादार बनना चाहुंदे हैं, पंथ के वफादार बनना चाहुंदे हैं कि ये संदेश जिहड़ा है हर हिरदे विच पहुंच जाना चाहिए। ਜੀ क्योंकि आखिरी संदेश तुसीं कह रहे जी, तो मैं बेनती ये करनी चाहुंदा वां कि अज तो बाद जे किते सानू मन ही मन विच ये विचार लगे कि नहीं मैं गलत हाँ ते गुरु दा सिद्धांत सही आ, गुरु दी मत सही आ, जिहड़ी गल गुरमत कह रही वो सही आ, उस चीज़ नूं जीवन में लियाउण दी आप भी कोशिश करनी चाहिए आ ते दूसरे दी रुकावट नहीं बनना चाहिए। क्योंकि असी जो प्रचार खेत्र में विचरते हैं ना तो बहुत याद रखो महाराज कहते ना खन्नियों तिक्की वालों मिट्टी एक मार्ग जाना, ਇੱਕ ਮਾਰਗ कि ਜਾਣਾ सच्ची मार्ग जिहड़ा इन्ना कठिन है। पहला जिहड़ी गल सी लोग लुक छिप के कर लेंदे सन कि इन्ना माध्यम नहीं सी, पर अज जरूरत है हर पक्ष ते निक्की निक्की गल ते जिहड़ी आ साडी जिहड़ी विचार दे उपर जदों असीं वेखदे आ गुरु दी मत दी विचार तो बाहर जावांगे सानू पता लग जांदा है, ਬਿਲਕੁਲ जिहड़ा गुरु दी अपने सानू आप भी पता लग जाता है, सानू पता है भी दूसरे नूं पता लग गया है ते ये ਬਿਲਕੁਲ हुण जिहड़ा वा ਗੁਰਮਤਿ किते ना ਵਾਲੀ ਹੋ ਗਈ। किते बिल्कुल सानू ये संदेश जिहड़ा इक्को ही बेनती आ भई अपने आप नूं असीं जिथे तब्दील करन दी कोशिश करनी है हौमे ना लैके आइए अपने जीवन च, अपने आप नूं तब्दील करके गुरु दी मत दे अनुसारी होण दी कोशिश करिए ते किसी दे रस्ते दा रुकावट ना बणीए कदी, ਉਹਨੂੰ ਵੀ ਪ੍ਰੇਰਿਤ ਕਰੀਏ ਗੁਰੂ ਦੀ ਮੱਤ ਵਾਲੇ ਪਾਸੇ ਵੀ ਮੈਂ ਪਹਿਲਾਂ ਆਹ ਕੰਮ ਗਲਤ ਕਰਦਾ ਸੀ, ਆਹ ਸੰਦੇਸ਼ ਜਿਹੜਾ ਗੁਰੂ ਦੀ ਬਾਣੀ ਰਾਹੀਂ ਮੈਨੂੰ ਮਿਲਿਆ ਤੇ ਇਸ ਕਰਕੇ ਭਾਈ ਮੈਂ ਇੰਨਾ ਚਿਰ ਖੱਜਲ ਖਵਾਰ ਜਿਹੜਾ ਹੋਇਆ ਵਾ ਤੇ ਇਹ ਗੁਰੂ ਦੀ ਬਾਣੀ ਦਾ ਆਹ ਪ੍ਰਮਾਣ ਆਹ ਸੰਦੇਸ਼ ਹੈ ਇਸ ਦੇ ਬਾਬਤ ਤੇ ਗੁਰੂ ਨੇ ਸਾਨੂੰ ਆਹ ਗੱਲ ਕਹੀ ਹੈ, ਇਸ ਨੇ ਕਿਹਾ ਕਿ ਆਗੇ ਸਮਝ ਚਲੋ ਨੰਦ ਲਾਲਾ ਪਾਛੇ ਜੋ ਬੀਤੀ ਸੋ ਬੀਤੀ, ਇਹੀ ਸੰਦੇਸ਼ ਜਿਹੜਾ ਵਾ ਆਪਾਂ ਜੀਵਨ ਦੇ ਵਿੱਚ ਕਮਾਉਣਾ ਹੈ, ਜੀਵਨ 'ਚ ਲੈ ਕੇ ਆਉਣਾ। ਜੀ ਜੀ ਬਿਲਕੁਲ ਜੀ ਬਹੁਤ ਵਧੀਆ ਤੁਸੀਂ ਸਾਡੇ ਸਟੂਡੀਓ ਵਿੱਚ ਆਏ, ਤੁਹਾਡਾ ਵਿਸ਼ੇਸ਼ ਸਾਡੀ ਮਗਧ ਦੀ ਬੁਲ ਟੀਮ ਵੱਲੋਂ ਧੰਨਵਾਦ। ਤੁਸੀਂ ਬਹੁਤ ਵਧੀਆ ਸਵਾਲਾਂ ਦੇ ਜਵਾਬ ਜਿਹੜੇ ਉਹ ਸਾਂਝੇ ਕੀਤੇ ਸੰਗਤਾਂ ਨਾਲ। ਤੀਰਥਾਂ ਦੀ ਕੀ ਮਹਾਨਤਾ ਸੀ ਤੇ ਕੀ ਪਿਛੋਕੜ ਸੀ, ਸਰੋਵਰਾਂ ਦਾ ਕੀ ਪਿਛੋਕੜ ਸੀ ਤੇ ਅੱਜ ਸਾਡੇ ਵਿੱਚ ਕਿਵੇਂ ਭਰਮ ਦਾ ਜਾਲ ਬਣ ਕੇ ਉਹ ਬੈਠ ਗਏ ਤੇ ਸਾਨੂੰ ਨਿਕਲਣਾ ਉਹਦੇ ਵਿੱਚੋਂ ਗੁਰਮਤ ਪੜ੍ਹ ਸਮਝ ਕੇ ਹੀ ਪਵੇਗਾ ਔਰ ਉਹ ਆਪਣੀ ਸ਼ੁਰੂਆਤ ਆਪਣੇ ਤੋਂ ਕਰਨੀ ਪੈਗੀ। ਤੇ ਅਸੀਂ ਤੁਹਾਡਾ ਤੇ ਸਰੋਤਿਆਂ ਦਾ ਜਿਹੜਾ ਉਹ ਧੰਨਵਾਦ ਕਰਦੇ ਤੇ ਵਿਸ਼ੇਸ਼ ਧੰਨਵਾਦ ਅਸੀਂ ਵੀਰ ਸੁਖਦੇਵ ਸਿੰਘ ਜਰਮਨੀ ਉਹਨਾਂ ਦਾ ਕਰਦੇ ਜਿਨ੍ਹਾਂ ਨੇ ਸਾਨੂੰ ਲਾਈਵ ਟੈਲੀਕਾਸਟ ਕੀਤਾ। ਤੇ ਕੱਲ ਨੂੰ ਪ੍ਰੋਗਰਾਮ ਜਿਹੜਾ ਸਾਡਾ ਸ਼ਨੀਵਾਰ ਦਾ ਠੀਕ ਪੰਜਾਬ ਦੇ 8 ਵਜੇ ਉਹ ਵੀਰ ਸੁਖਦੇਵ ਸਿੰਘ ਜੀ ਜਰਮਨੀ ਲਾਈਵ ਲੈ ਕੇ ਆਉਣਗੇ ਮਗਧ ਦੇ ਬੋਲ YouTube ਚੈਨਲ ਅਤੇ ਮਗਧ ਦੇ ਬੋਲ Facebook ਪੇਜ ਤੋਂ ਲਾਈਵ, ਤੇ ਪ੍ਰੋਗਰਾਮ ਦਾ ਨਾਮ ਹੀ ਮਗਧ ਦੇ ਬੋਲੀ ਹੈ। ਤੇ ਇੱਥੇ ਅਸੀਂ ਸਰੋਤਿਆਂ ਕੋਲੋਂ ਤੇ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ, ਨਾਲੇ ਫਤਿਹ ਦੀ ਸਾਂਝ ਪਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵਾਹਿਗੁਰੂ ਜੀ ਕੀ ਫਤਿਹ।